ਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਦੋਹਰਾ मिले बिछड़े को आवे गुर जालमा जाने सब आलमा शादी की खुला गुरदावत दरबार इच्छा बिहार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਕਲੰਗੀਆਂ ਵਾਲੇ ਨੀਲੇ ਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖ ਨੂੰ ਅਨੇਕਾਂ ਤਰ੍ਹਾਂ ਦਾ ਗਿਆਨ ਬਖਸ਼ਿਸ਼ ਕਰ ਰਹੇ ਹਨ। ਹਰਗੋਪਾਲ ਬਿਸ਼ੰਬਰ ਦਾਸ ਪਿਤਾ ਪੁੱਤਰ ਜੋ ਕਿ ਊਨੇ ਤੋਂ ਆਏ ਸੀ ਗੁਰੂ ਪਿਆਰਿਓ, ਉਹਨਾਂ ਦੇ ਬੇਨਤੀ ਕਰਨ ਤੇ ਮਹਾਰਾਜ ਸਾਨੂੰ ਕਿਵੇਂ ਅਰਦਾਸ ਕਰਨੀ ਚਾਹੀਦੀ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਅਰਦਾਸ ਕਰਨ ਦਾ ਜਿੱਥੇ ਢੰਗ ਦੱਸਿਆ ਉੱਥੇ ਸਾਨੂੰ ਵੀ ਬਖਸ਼ਿਸ਼ ਕੀਤਾ ਹੈ ਆਉਣ ਵਾਲੇ ਸਮੇਂ ਵਾਸਤੇ ਜੋ ਸਿੱਖ ਹੈ ਉਹ ਕਿਸ ਤਰ੍ਹਾਂ ਅਰਦਾਸ ਕਰੇ। ਗਿਆ ਜੀ ਦਾ ਇਲਾਕਾ ਹੈ ਔਰ ਗੁਰੂ ਪਿਆਰਿਓ ਇਹ ਜਾਤ ਦੇ ਬਾਣੀਏ ਪਰ ਗੁਰੂ ਨਾਨਕ ਦੇ ਪਿਛਲੇ ਸਮੇਂ ਤੋਂ ਪਿਛਲੇ ਗੁਰੂਆਂ ਤੋਂ ਸਿੱਖ ਹੁੰਦੇ ਆ ਰਹੇ ਨੇ ਤੇ ਬਿਸ਼ੰਬਰ ਦਾਸ ਨੇ ਆਪਣੇ ਪੁੱਤਰ ਨੂੰ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਭੇਜਿਆ ਸੀ ਸਿੱਖ ਬਣਨ ਦੇ ਲਈ, ਪਰ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਜਿਸ ਸ਼ੰਕੇ ਨੂੰ ਨਿਵਰਤ ਕਰਨ ਲਈ ਦੁਆਰਾ ਹਰਗੋਪਾਲ ਅਤੇ ਉਹਦਾ ਪਿਤਾ ਆਇਆ ਹੈ। ਉਜੈਨ ਦੇ ਇਲਾਕੇ 'ਚ ਗਿਆ ਜੀ ਦਾ ਇਲਾਕਾ ਹੈ ਇਹਨਾਂ ਦਾ, ਔਰ ਸਤਿਗੁਰੂ ਪਾਤਸ਼ਾਹ ਜੀ ਫਿਰ ਖੁੱਲ੍ਹੇ ਹੀ ਸਮੇਂ ਦੇ ਵਿੱਚ ਸਾਨੂੰ ਹਰ ਤਰ੍ਹਾਂ ਦੀ ਔਕੜ ਦੇ ਵੇਲੇ ਸਿੱਖ ਨੇ ਕਿਵੇਂ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆਪਾਂ ਸਰਵਣ ਕਰ ਰਹੇ ਸੀ। ਕੱਲ੍ਹ ਆਪਾਂ 50ਵੀਂ ਅਰਦਾਸ 50ਵੀਂ ਬੇਨਤੀ ਜਿਹੜੀ ਹੈ ਉਹ ਸਰਵਣ ਕੀਤੀ ਸੀ ਕਿ ਜੇ ਸਿੱਖ ਸ਼ਾਦੀ ਕਰੇ ਤਾਂ ਖੁੱਲ੍ਹੇ ਦਰਬਾਰ ਵਿੱਚ ਗੁਰੂ ਦੀਆਂ ਪਰਿਕਰਮਾ ਕਰਕੇ ਕਰੇ। ਇਸ ਕਰਕੇ
ਉੱਥੇ ਫਿਰ ਉਹਨਾਂ 'ਤੇ ਬੜੀ ਕਿਰਪਾ ਹੁੰਦੀ ਹੈ। ਔਰ ਅੱਜ ਬਹੁਤ ਸਾਰੇ ਸੂਝਵਾਨ ਲੋਕ ਜਦੋਂ ਇਹਨਾਂ ਗੱਲਾਂ ਨੂੰ ਸਮਝਦੇ ਆ, ਬਹੁਤ ਸਾਰੇ ਬਾਹਰਲੇ ਦੇਸ਼ਾਂ ਦੇ ਅੰਗਰੇਜ਼ ਲੋਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਕਰਮਾਂ ਦੇ ਨਾਲ, ਲਾਵਾਂ ਦੇ ਨਾਲ ਸ਼ਾਦੀਆਂ ਕਰਵਾਉਣ ਲੱਗੇ ਹਨ। ਗੁਰੂ ਕਿਰਪਾ ਕਰਨ ਆਪਾਂ ਰਹਿੰਦੀਆਂ ਵਿਚਾਰਾਂ ਮੇਰੇ ਪ੍ਰੀਤਮ ਦੀਆਂ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮਿਲੇ ਵਿਛੜੇ ਕੋ ਆਵੇ ਗੁਰ ਜਾਲਮ, ਜਾਣੇ ਸਭ ਆਲਮ। ਇਸ ਤਰ੍ਹਾਂ ਗੁਰੂ ਪਿਆਰਿਓ 49ਵੀਂ ਅਰਦਾਸ ਹੈ ਕਿ ਵਿਛੜੇ ਹੋਏ ਸੱਜਣਾ ਨੂੰ ਮਿਲਾਉਣ ਵਾਲੀ ਵੀ ਗੁਰੂ ਦੀ ਕਿਰਪਾ ਹੈ। ਉਹਨਾਂ ਦੇ ਵਾਸਤੇ ਵੀ ਗੁਰੂ ਦੇ ਅੱਗੇ ਹੀ ਅਰਦਾਸ ਕਰਨੀ ਚਾਹੀਦੀ ਹੈ। ਤੇ ਗੁਰੂ ਫਿਰ ਕਿਰਪਾ ਕਰਕੇ ਜਿੱਥੇ ਵੀ ਸਾਡੇ ਵਿਛੜੇ ਹੋਏ ਘੁੰਮ ਰਹੇ ਹਨ ਉਹਨਾਂ ਦਾ ਮੂੰਹ ਘਰ ਵੱਲ ਕਰ ਦਿੰਦਾ, ਕਿਉਂਕਿ ਗੁਰੂ ਨੇ ਫੁਰਨਾ ਤਾਂ ਅੰਦਰੋਂ ਹੀ ਦੇਣਾ ਨਾ। ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹੋ। ਤੇ ਗੁਰੂ ਪਰਮੇਸ਼ਰ ਹਰ ਥਾਂ ਵਿਆਪਕ ਹੈ। ਔਰ ਜਾਲ ਮੈਂ ਭਾਵ ਗੁਰੂ ਦੀ ਗਿਰਫਤ ਵਿੱਚ ਉਹ ਆ ਜਾਂਦਾ ਵਿਛੜਿਆ ਹੋਇਆ, ਤੇ ਗੁਰੂ ਕਿਰਪਾ ਕਰਕੇ ਉਸ ਨੂੰ ਘਰ ਭੇਜ ਦਿੰਦਾ ਹੈ। ਇਸੇ ਤਰ੍ਹਾਂ ਹੀ ਜ਼ੁਲਮ ਦਾ ਨਾਸ ਕਰਨ ਲਈ ਵਿਛੜਿਆ ਹੋਇਆ ਪਿਆਰਾ ਮੁੜ ਘਰੇ ਆ ਜਾਵੇ, ਇਹ ਵੀ ਅਰਦਾਸ ਗੁਰੂ ਅੱਗੇ ਕਰੋ। ਇਹ ਗੱਲ ਨੂੰ ਜਾਣੇ ਸਭ ਆਲਮ, ਸਾਰੀ ਦੁਨੀਆ ਜਾਣੇਗੀ। ਸ਼ਾਦੀ ਕੀ ਖੁੱਲਾ ਦਰਬਾਰ, ਇੱਛਾ ਬਿਹਾਰ। ਇਸ ਤਰ੍ਹਾਂ 50ਵੀਂ ਜਿਹੜੀ ਹੈ ਸਤਿਗੁਰਾਂ ਦਾ ਹੁਕਮ ਸਾਨੂੰ, ਜੇ ਸ਼ਾਦੀ ਕਰਨੀ ਹੈ ਸਿੱਖ ਨੇ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਲਾਵਾਂ ਦੇ ਪਾਠ ਨਾਲ ਹੀ ਕਰੇ, ਪਰਿਕਰਮਾ ਕਰਕੇ ਕਰੇ। ਭਾਵੇਂ ਕਿ ਸਾਰੇ ਲੋਕਾਂ ਦੇ ਅਲੱਗ-ਅਲੱਗ ਰੀਤੀ ਰਿਵਾਜ ਹਨ। ਕੋਈ ਲੋਕ ਫੁੱਲਾਂ ਦੀ ਮਾਲਾ ਪਾ ਕੇ ਹੀ ਇੱਕ ਦੂਜੇ ਨੂੰ ਵਧਾਈਆਂ ਦੇ ਦਿੰਦੇ ਆ, ਵਿਆਹ ਹੋ ਗਏ ਆ, ਕੋਈ ਕਿਵੇਂ ਅਨੇਕਾਂ ਰੀਤੀ ਰਿਵਾਜ ਹੈ। ਪਰ ਸਭ ਤੋਂ ਉੱਤਮ ਰੀਤ ਹੈ ਜਿਹੜੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਤੀਜੇ ਪਾਤਸ਼ਾਹ ਜੀ ਦੇ ਸਮੇਂ ਇਹ ਗੱਲ ਚੱਲੀ ਸੀ ਕਿ ਮਹਾਰਾਜ ਜਿਸ ਤਰ੍ਹਾਂ ਬਹੁਤ ਸਾਰੇ ਕੰਮ ਸਾਡੇ ਠੀਕ ਕੀਤੇ, ਉਸ ਤਰ੍ਹਾਂ ਸਾਨੂੰ ਇਹ ਸ਼ਾਦੀ ਕਰਨ ਦੀ ਵੀ ਕੋਈ ਜੁਗਤ ਦੱਸੋ। ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਜਦ ਸ਼ਾਦੀ ਹੋਈ ਸੀਗੀ ਬਟਾਲਾ ਸਾਹਿਬ, ਉੱਥੇ ਬ੍ਰਾਹਮਣਾਂ ਦੀ ਬੇਦੀ ਦੇ ਪ੍ਰਕਰਮਾ ਨਹੀਂ ਸੀ ਕੀਤੀ। ਉੱਥੇ ਗੁਰੂ ਨਾਨਕ ਦੇਵ ਜੀ ਨੇ ਚੌਂਕੀ ਦੇ ਉੱਪਰ ਇੱਕ ਓਂਕਾਰ ਸ਼ਬਦ ਰੱਖ ਕੇ ਉਹਦੀ ਪ੍ਰਕਰਮਾ ਕੀਤੀ ਸੀ। ਕਹੋ ਸਤਿਨਾਮ। ਕਿਉਂਕਿ ਆਪਾਂ ਵੀ ਆਪਣੇ ਗੁਰੂ ਦੀ ਪ੍ਰਕਰਮਾ ਕਰਦੇ ਆ, ਤੇ ਗੁਰੂ ਨਾਨਕ ਨੇ ਆਪਣੇ ਗੁਰੂ ਦੀ ਪ੍ਰਕਰਮਾ ਕੀਤੀ, ਸ਼ਬਦ ਗੁਰੂ ਦੀ, ਇੱਕ ਓਂਕਾਰ ਦੀ, ਪਰਮੇਸ਼ਰ ਦੀ। ਤੋ ਇਸ ਕਰਕੇ ਇਹ ਇੱਕ ਓਂਕਾਰ ਸ਼ਬਦ ਤਾਂ ਬਚਪਨ ਵਿੱਚ ਹੀ ਪਾਤਸ਼ਾਹ ਨੇ ਉਚਾਰਨ ਕਰਤਾ ਸੀ, ਪ੍ਰਗਟ ਕਰਤਾ ਸੀਗਾ। ਜਿਸ ਵੇਲੇ ਪਾਂਧੇ ਗੋਪਾਲ ਦੇ ਕੋਲ ਪੜ੍ਹਨ ਵਾਸਤੇ ਗਏ ਤੇ ਕਹਿੰਦੇ ਮੇਰੀ ਫੱਟੀ ਦੇ ਉੱਤੇ ਇੱਕ ਪਰਮੇਸ਼ਰ ਦਾ ਨਾਮ ਲਿਖਣਾ ਹੈ, ਹੋਰ ਕੁਛ ਨਹੀਂ ਲਿਖਣਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਬਾਬੇ ਨਾਨਕ ਜੀ ਦਾ ਵਿਆਹ ਜਿਹੜਾ ਉਹ ਮੂਲ ਮੰਤਰ ਜਾਂ ਕਿਸੇ ਹੋਰ ਸ਼ਬਦ ਦੀ ਪ੍ਰਕਰਮਾ ਨਾਲ ਹੋਇਆ। ਮੂਲ ਮੰਤਰ ਤਾਂ ਉਹਨਾਂ ਦੀ ਸ਼ਾਦੀ ਤੋਂ ਬਾਅਦ ਆਏ, ਜਦੋਂ ਬੇਨ ਨਦੀ 'ਚੋਂ ਅਲੋਪ ਹੋਏ ਔਰ ਪਰਮੇਸ਼ਰ ਕੋਲ ਗਏ, ਉੱਥੋਂ ਮੂਲ ਮੰਤਰ ਆਇਆ ਨਾ। ਉਸ ਵੇਲੇ ਤਾਂ ਸਾਖੀ ਪੜ੍ਹਾਂਗੇ ਤੇ ਸੁਲਤਾਨਪੁਰ ਦੇ ਵਿੱਚ ਮਾਤਾ ਸੁਲੱਖਣੀ ਜੀ ਬਹੁਤ ਰੋਂਦੇ ਹਨ। 2 ਸਾਹਿਬਜ਼ਾਦੇ ਉਹਨਾਂ ਦੇ ਹੋ ਚੁੱਕੇ ਨੇ ਉਸ ਵੇਲੇ ਤੱਕ, ਬਾਬਾ ਸ਼੍ਰੀ ਚੰਦ ਜੀ ਔਰ ਦੂਸਰੇ ਪਾਤਸ਼ਾਹ ਦੇ ਦੂਸਰੇ ਸਾਹਿਬਜ਼ਾਦੇ। ਇਸ ਤਰ੍ਹਾਂ ਮੂਲ ਮੰਤਰ ਆਇਆ ਉਸ ਤੋਂ ਬਾਅਦ ਸ਼ਾਦੀ ਤੋਂ, ਪਰ ਸ਼ਾਦੀ ਉਦੋਂ ਪਹਿਲਾਂ ਹੋ ਚੁੱਕੀ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਚੌਂਕੀ ਉੱਤੇ ਇੱਕ ਓਂਕਾਰ ਸ਼ਬਦ ਰੱਖ ਕਰਕੇ ਲਿਖ ਕੇ ਉਹਦੀਆਂ ਪ੍ਰਕਰਮਾ ਕੀਤੀਆਂ। ਅੱਗ ਬਾਲ ਕੇ ਉਹਦੀਆਂ ਪ੍ਰਕਰਮਾ ਨਹੀਂ ਕੀਤੀਆਂ। ਸ਼ਾਇਦ ਇਸੇ ਕਰਕੇ ਹੀ ਜਿਹੜੇ ਬ੍ਰਾਹਮਣ ਸਨ ਉਹ ਅੱਗੇ ਤੋਂ ਅੱਗੇ ਗੁਰੂ ਘਰ ਦੇ ਖਿਲਾਫ ਹੁੰਦੇ ਗਏ। ਕਹੋ ਸਤਿਨਾਮ। ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਤੇ ਤਾਂ ਕੇਸ ਹੀ ਕਰ ਦਿੱਤਾ ਸੀਗਾ। ਜਦ ਲਾਹੌਰ ਤੋਂ ਅਕਬਰ ਨੇ ਚਿੱਠੀ ਭੇਜੀ ਸੀ ਜਾਂ ਬੰਦੇ ਭੇਜੇ ਸੀ ਬਈ ਤੁਹਾਡੇ ਖਿਲਾਫ ਰਪਟ ਦਿੱਤੀ ਗਈ ਹੈ, ਤੇ ਜਾ ਕੇ ਉਸ ਦੀ ਹਾਜ਼ਰੀ ਭਰੋ ਤੇ ਉਹਦਾ ਨਿਰਣਾ ਕਰੋ। ਤੇ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀ, ਕਹਿੰਦੇ ਪੁੱਤਰਾ ਤੂੰ ਜਾ,
ਤੇ ਜਦ ਉੱਥੇ ਪਹੁੰਚੇ ਤੇ ਕਹਿੰਦੇ ਦੋਨੇ ਧਿਰਾਂ ਇਕੱਤਰ ਹੋਈਆਂ ਤੇ ਬਾਦਸ਼ਾਹ ਕਹਿਣ ਲੱਗਿਆ, ਹਾਂ ਬਈ ਦੱਸੋ ਤੁਹਾਨੂੰ ਕੀ ਤਕਲੀਫ ਆ। ਉਹਨਾਂ ਨੂੰ ਪੁੱਛਿਆ ਰਫਤ ਦੇਣ ਵਾਲਿਆਂ ਨੂੰ, ਕਹਿੰਦੇ ਸਾਨੂੰ ਇਹ ਤਕਲੀਫ ਹੈ ਬਈ ਇਹ ਨਵੇਂ ਗ੍ਰੰਥ ਲਿਖਣ ਲੱਗ ਪਏ, ਨਵੀਆਂ ਬਾਣੀਆਂ ਉਚਾਰਨ ਲੱਗ ਪਏ, ਔਰ ਹੋਰ ਤਾਂ ਹੋਰ ਇਹਨਾਂ ਨੇ ਜਿਹੜਾ ਜਾਤ ਪਾਤ ਛੂਤ ਛਾਤ ਸੀ ਉਹ ਵੀ ਖਤਮ ਕਰ ਦਿੱਤਾ ਹੈ। ਇਕੱਠਿਆਂ ਨੂੰ ਬਿਠਾ ਕੇ ਲੰਗਰ ਛਕਾਉਂਦੇ ਹੈ, ਇਕੱਠਿਆਂ ਵਾਸਤੇ ਇੱਕ ਬੌਲੀ ਬਣਾ ਲਈ ਹੈ, ਉਹਦੇ ਵਿੱਚ ਇਸ਼ਨਾਨ ਕਰੋ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਸਾਡੀ ਪੁਰਾਣੀ ਜਦ ਬਾਣੀ ਵੇਦ ਬਣੇ ਹੋਏ ਹੈ, ਉਹਨਾਂ ਵੇਦਾਂ ਨੂੰ ਕਿਉਂ ਨਹੀਂ ਪੜ੍ਹਦੇ? ਤਾਂ ਉਹਨਾਂ ਨੇ ਆਪਣੇ ਸਵਾਲ ਰੱਖੇ। ਉਸ ਤੋਂ ਬਾਅਦ ਬਾਦਸ਼ਾਹ ਨੇ ਜੇਠਾ ਜੀ ਨੂੰ ਕਿਹਾ, ਹਾਂ ਬਈ ਦਿਓ ਜਵਾਬ ਇਹਦਾ। ਕਹਿੰਦੇ ਮਹਾਰਾਜ ਅਸੀਂ ਸਭ ਜਾਣਦੇ ਹਾਂ ਜੋ ਗੁਰਬਾਣੀਆਂ ਉਚਾਰਨ ਕੀਤੀਆਂ ਜਾ ਰਹੀਆਂ ਉਹ ਸੰਸਾਰ ਦੀ ਆਮ ਭਾਸ਼ਾ ਦੇ ਵਿੱਚ ਉਚਾਰਨ ਕੀਤੀਆਂ ਜਾ ਰਹੀਆਂ। ਇਹਨਾਂ ਦੀ ਜਿਹੜੀ ਬਾਣੀ ਹੈ ਵੇਦਾਂ ਦੀ ਉਹ ਸੰਸਕ੍ਰਿਤ ਵਿੱਚ ਹੈ, ਉਸ ਨੂੰ ਆਮ ਬੰਦਾ ਪੜ੍ਹ ਨਹੀਂ ਸਕਦਾ। ਫਿਰ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਕਿਵੇਂ ਤਸੱਲੀ ਹੋ ਸਕਦੀ ਹੈ? ਤੇ ਉਹਨਾਂ ਦੇ ਵਿੱਚੋਂ ਇੱਕ ਬੋਲਿਆ ਵੀ ਸਾਨੂੰ ਗਾਇਤਰੀ ਮੰਤਰੀ ਸੁਣਾ ਦੇਣ, ਸਾਨੂੰ ਤਸੱਲੀ ਹੈ ਵੀ ਇਹ ਪੜ੍ਹਦੇ ਆ ਸਾਡੇ ਵੇਦਾਂ ਨੂੰ ਵੀ। ਤੇ ਇੱਧਰ ਗੁਰੂ ਅਮਰਦਾਸ ਜੀ ਨੇ ਭੇਜਣ ਵੇਲੇ ਜਦ ਕਿਹਾ ਨਾ ਵੀ ਜਾ ਪੁੱਤਰ ਤੂੰ ਜਾ, ਤੇ ਰਾਮਦਾਸ ਪਾਤਸ਼ਾਹ ਕਹਿੰਦੇ ਮੈਂ ਤਾਂ ਜੀ ਕਦੇ ਇਹਨਾਂ ਦੇ ਵੇਦ ਪੜ੍ਹੇ ਹੀ ਨਹੀਂ ਗਏ, ਮੈਂ ਕਿਵੇਂ ਜਵਾਬ ਦੇਵਾਂਗਾ ਉੱਥੇ। ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਇੱਦਾਂ ਕਰਿਓ, ਜਦੋਂ ਗੱਲਬਾਤ ਸ਼ੁਰੂ ਹੋਣ ਲੱਗੀ ਨਾ ਉਦੋਂ ਆਪਣੇ ਸੱਜੇ ਮੋਢੇ ਵੱਲ ਦੇਖ ਲਿਓ ਤੇ ਤੁਹਾਨੂੰ ਸਾਰਾ ਗਿਆਨ ਹੋ ਜਾਵੇਗਾ। ਕੋਈ ਸਤਨਾਮ। ਤੇ ਜਿਸ ਵੇਲੇ ਗੱਲ ਚੱਲੀ ਤੇ ਫਿਰ ਰਾਮਦਾਸ ਪਾਤਸ਼ਾਹ ਜੀ ਨੇ ਉਹ ਨਾਲੇ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਔਰ ਗਾਇਤਰੀ ਮੰਤਰ ਵੀ ਸੁਣਾ ਦਿੱਤਾ, ਉਹਦੇ ਅਰਥ ਵੀ ਸੁਣਾ ਦਿੱਤੇ। ਤੇ ਫਿਰ ਉਹ ਫੇਲ ਹੋ ਗਏ, ਭਾਵ ਹਾਰ ਗਏ, ਤੇ ਗੁਰੂ ਰਾਮਦਾਸ ਜੀ ਵਾਪਸ ਆ ਗਏ। ਇਸ ਕਰਕੇ ਹੀ ਕਿਉਂਕਿ ਗੁਰੂ ਨਾਨਕ ਨੇ ਇੱਕ ਨਵਾਂ ਪੰਥ ਚਲਾ ਦਿੱਤਾ, ਨਿਰਮਲ ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ। ਸਿੱਕਾ ਕੀ ਹੁੰਦਾ ਹੈ? ਪੈਸਾ। ਤੇ ਪੈਸਾ ਸਰਕਾਰ ਦਾ ਚੱਲਦਾ ਸੀਗਾ, ਤੇ ਇੱਥੇ ਸਿੱਕਾ ਕਿਹੜਾ ਮਾਰਿਆ ਹੈ? ਮਾਰਿਆ ਸਿੱਕਾ ਜਗਤ ਵਿੱਚ ਸਤਨਾਮ ਦਾ ਚੱਕਰ ਚਲਾਇਆ, ਨਾਨਕ ਨਿਰਮਲ ਪੰਥ ਚਲਾਇਆ। ਤਾਂ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਪਰਮੇਸ਼ਰ ਦਾ ਸਿੱਕਾ ਚਲਾਇਆ ਦੁਨੀਆ ਵਿੱਚ। ਤੇ ਜਦ ਬੰਦਾ ਸਿੰਘ ਬਹਾਦਰ ਨੇ ਸਿੱਕਾ ਚਲਾਇਆ ਤੇ ਉਹਨੇ ਆਪਣਾ ਨਾਮ ਨਹੀਂ ਲਿਖਿਆ, ਬਰਦੋ ਆਲਮ ਨਾਨਕ ਗੁਰੂ ਗੋਬਿੰਦ ਸਿੰਘ ਆਪਣੇ ਸਿੱਕੇ ਤੇ ਲਿਖਿਆ ਸੀ। ਕੋ ਸਤਨਾਮ ਸਿੰਘ। ਪੈਸੇ ਤੌਰ ਤੇ ਕਹਿ ਦਿਆਂ ਤੇ ਉਹ ਸਿੱਕਾ, ਤੇ ਜੇ ਇੱਕ ਸਿੱਕੇ ਦਾ ਮਤਲਬ ਹੈ ਪਰਮੇਸ਼ਰ ਦਾ ਹੁਕਮ ਦੁਨੀਆ ਵਿੱਚ ਵਰਤਾਇਆ। ਬਾਬੇ ਨਾਨਕ ਨੇ ਆ ਕੇ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸ਼ਾਦੀ ਕਰਦਿਆਂ ਹੋਇਆ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੱਧ ਤੋਂ ਵੱਧ, ਹੋਰ ਵੀ ਸਾਰੇ ਸੰਸਾਰ ਵਾਸਤੇ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਖੁੱਲ੍ਹੇ ਦਰਬਾਰ ਵਿੱਚ ਲਾਵਾਂ ਦੇ ਪਾਠ ਦੇ ਨਾਲ ਇਹ ਜਿਹੜੀ ਹੈ ਹੋਣੀ ਚਾਹੀਏ ਜੀ। 150 ਬਾਜ ਜੰਗ ਗੁਰ ਬਖਸ਼ੀ ਅਸੰਗ। ਤਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਦੂਸਰਾ, ਜਦੋਂ ਸਿੱਖ ਘੋੜਾ ਖਰੀਦਣ ਲੱਗੇ ਤੇ ਅਰਦਾਸ ਕਰੇ ਮਹਾਰਾਜ ਇਹੋ ਜਿਹਾ ਸੁਧਿਆ ਹੋਇਆ ਜੰਗੀ ਘੋੜਾ ਦਵਾ ਦਿਓ ਕਿਰਪਾ ਕਰਕੇ, ਤਾਂ ਕਿ ਜੰਗ ਦੇ ਮੈਦਾਨ ਵਿੱਚ ਵੀ ਮੇਰੇ ਕੰਮ ਆਵੇ, ਅਟਕ ਫਟਕ ਤੋਂ ਜਿਹੜਾ ਰਹਿਤ ਹੋਵੇ, ਜਿਹੜਾ ਡਰੇ ਨਾ। ਘੋੜਿਆਂ ਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ, ਉਦੋਂ ਵੀ ਅਰਦਾਸ ਕਰੇ ਔਰ ਗੁਰੂ ਕਿਰਪਾ ਕਰਦਾ ਹੈ। ਇੱਕ ਦੀਨਾ ਗਣੇਸ਼ ਸੁਫਲਾ ਕਾਮ ਮਾਨੇ ਆਦੇਸ਼। ਇਸ ਤਰ੍ਹਾਂ ਗੁਰੂ ਪਿਆਰਿਓ 52ਵੀਂ ਅਰਦਾਸ ਗੁਰ ਦੀਨਾ ਗਣੇਸ਼, ਗਣੇਸ਼ ਭਾਵ ਹਾਥੀ, ਹਾਥੀ ਪ੍ਰਾਪਤੀ ਸਮੇਂ ਵੀ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰੇ। ਆਪ ਜੀ ਨੇ ਹਾਥੀ ਬਖਸ਼ਿਆ ਹੈ, ਇਸ ਉੱਤੇ ਸਵਾਰ ਹੋ ਕੇ ਜਿਸ ਕੰਮ ਵੀ ਜਾਣਾ ਪਵੇ ਮੈਂ ਸਫਲ ਹੋਵੇ। ਇੱਥੇ ਗਣੇਸ਼ ਸ਼ਬਦ ਕਿਉਂ ਲਿਖਿਆ ਗਿਆ? ਸਾਡੀ ਸ਼ਾਇਦ ਮਤ ਟਪਲਾ ਖਾ ਜਾਂਦੀ ਬਈ ਸ਼ਾਇਦ ਉਸ ਗਣੇਸ਼ ਦੇ ਨਾਲ ਸਿੱਖ ਦਾ ਕੋਈ ਸੰਬੰਧ ਹੈ। ਨਹੀਂ, ਗਣੇਸ਼ ਦੇ ਸੁੰਡ ਜੀ ਹੁੰਦੀ ਹੈ ਇੱਥੇ। ਇਸੇ ਕਰਕੇ ਹਾਥੀ ਦਾ ਨਾਮ ਕਵਿਤਾ ਦੇ ਮੁਤਾਬਕ ਭਾਈ ਸਾਹਿਬ ਨੇ ਗਣੇਸ਼ ਲਿਖ ਦਿੱਤਾ। ਕੋਈ ਸਤਨਾਮ। 10ਵੇਂ ਪ੍ਰੀਤਮ ਕਹਿੰਦੇ ਆ, ਮੈਂ ਨਾ ਗਣੇਸ਼ਾ ਪ੍ਰਿਥਮ ਮਨਾਉ, ਕਿਸ਼ਨ ਬਿਸ਼ਨ ਕਬਹੁ ਨ ਧਿਆਉ। ਕਾਨ ਸੁਣੇ, ਕਿਹਨੂੰ ਸੁਣਦੇ ਆ? ਸ਼ਬਦ ਨੂੰ। ਕਾਨ ਸੁਣੇ
ਪਹਿਚਾਨ ਨਾ ਤਿਨਸਿਓ, ਸ਼ਬਦ ਦਾ ਕੋਈ ਰੂਪ ਹੈ ਨਹੀਂਗਾ। ਤੁਸੀਂ ਸੁਣ ਰਹੇ ਹੋ ਕਥਾ ਦੇ ਸ਼ਬਦ, ਪਰ ਇਹਨਾਂ ਦੀ ਸ਼ਕਲ ਕੋਈ ਹੈ ਹੀ ਨਹੀਂ। ਕਹੋ ਸਤਨਾਮ। ਕਾਨ ਸੁਣੈ ਪਹਿਚਾਨ ਨਾ ਤਿਨਸਿਓ, ਲਿਵ ਲਾਗੀ ਮੋਰੀ ਪਗ ਇਨ ਸਿਓ। ਮੇਰੀ ਇਹਨਾਂ ਦੇ ਚਰਨਾਂ ਨਾਲ ਲਿਵ ਲੱਗੀ ਹੋਈ ਹੈ। ਮੈਂ ਕਿਸੇ ਦੇਵੀ ਦੇਵਤੇ ਨੂੰ ਮੁੱਖ ਨਹੀਂ ਰੱਖਦਾ। ਮੇਰਾ ਮੁਖੀ ਉਹ ਅਕਾਲ ਪੁਰਖ ਹੈ ਜੋ ਸਭ ਦਾ ਮੁਖੀ ਹੈ। ਇਸ ਕਰਕੇ ਇੱਥੇ ਗਣੇਸ਼ ਦਾ ਅਰਥ ਹੈ ਹਾਥੀ। ਹਾਥੀ ਤੇ ਸਵਾਰ ਹੋਣ ਲੱਗਿਆਂ ਵੀ ਜਿੱਧਰ ਨੂੰ ਜਾਵੇ ਸਿੱਖ ਅਰਦਾਸ ਕਰਕੇ ਚੱਲੇ। ਸੌ ਹੱਥ ਰੱਸਾ ਸਿਰੇ ਤੇ ਗੰਢ, ਸਿੱਖ ਹਰ ਕਦਮ ਕਦਮ ਤੇ ਅਰਦਾਸ ਕਰੇ, ਪਰਮੇਸ਼ਰ ਦਾ ਸ਼ੁਕਰੀਆ ਕਰੇ ਔਰ ਚੱਲਦਿਆਂ ਹੋਇਆਂ ਹਮੇਸ਼ਾ ਗੁਰੂ ਦਾ ਆਸਰਾ ਭਰੋਸਾ ਲੈ ਕੇ ਚੱਲੇ ਜੀ। ਪੰਜਾ ਚਿਤ ਥੰਬਣ ਮੈਂ, ਦਰਿਆਓ ਥੰਬ ਪ੍ਰਵਾਹੋ ਮਨ ਅਸਾਹੋ। ਔਰ 53ਵੀਂ ਅਰਦਾਸ ਹੈ, ਜੇ ਤੁਹਾਡਾ ਚਿੱਤ ਨਹੀਂ ਖੜਦਾ। ਕਈ ਵਾਰੀ ਕਹਿੰਦੇ ਆ ਜੀ ਸ਼ਬਦ ਨਹੀਂ, ਸ਼ਬਦ ਦੇ ਵਿੱਚ ਮਨ ਲੁਕਦਾ ਨਹੀਂ, ਚਿੱਤ ਨਹੀਂ ਲੱਗਦਾ। ਇਹ ਚਿੱਤ ਨੂੰ ਥੰਮਣ ਵਾਸਤੇ, ਭਾਵ ਸ਼ਬਦ ਨਾਲ ਜੋੜਨ ਵਾਸਤੇ, ਨਿਤਨੇਮ ਵੀ ਜੁੜਨ ਵਾਸਤੇ ਮੇਰਾ ਜਿਹੜਾ ਹੈ ਮਨ ਤੁਹਾਡੇ ਵਿੱਚ ਜੁੜਿਆ ਰਵੇ ਮਹਾਰਾਜ। ਇਹ ਵੀ ਮੈਨੂੰ ਦਾਨ ਕਰੋ, ਬਖਸ਼ਿਸ਼ ਕਰੋ। ਆਪਾਂ ਕਿੰਨੀਆਂ ਅਰਦਾਸਾਂ ਕਰਦੇ ਹਾਂ, ਬਖਸ਼ੋ ਜੀ ਸਿੱਖਾਂ ਨੂੰ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ ਤੇ ਦਾਨਾ ਸਿਰ ਦਾਨ। ਸਭ ਤੋਂ ਵੱਡਾ ਦਾਨ ਕੀ ਹੈ? ਗੁਰੂ ਵਾਲੇ ਬਣਨਾ, ਨਾਮ ਦਾਨ। ਗੁਰੂ ਵਾਲੇ ਬਣਨ ਤੋਂ ਪਹਿਲਾਂ ਵੀ ਇੱਦਾਂ ਅਰਦਾਸ ਚੱਲੀ ਜਾਵੇ ਕਿ ਅਮਰ ਦੀ ਦਾਤ ਵੀ ਮੈਨੂੰ ਮਿਲ ਜਾਵੇ। ਅਰਦਾਸ ਕਰਿਆ ਕਰੋ। ਇਹ ਜ਼ਰੂਰੀ ਨਹੀਂ ਵੀ ਜੇ ਕੋਈ ਕਹੇ ਕਿ ਪ੍ਰਚਾਰ ਕਰਦੀ ਅੰਮ੍ਰਿਤ ਛਕਣ ਦਾ, ਛਕਾਉਣ ਦਾ, ਤਾਂ ਕਰਕੇ ਛਕਣਾ ਨਹੀਂ। ਇਹ ਤਾਂ ਤੁਹਾਡੀ ਮੇਨ ਲੋੜ ਹੈ। ਜਿਵੇਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦ ਪਤਾ ਲੱਗਿਆ ਕਿ ਨਗੁਰਾ ਹੋਣਾ ਕਿੰਨਾ ਮਾੜਾ ਹੈ, ਗੁਰੂ ਵਾਲੇ ਬਣਨਾ ਚਾਹੀਦਾ ਹੈ, ਤੇ ਸਾਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਈ। ਤੇ ਤੜਕੇ ਦਿਨ ਚੜ੍ਹਦੇ ਨਾਲ ਘਰੋਂ ਹੀ ਪਤਾ ਲੱਗ ਗਿਆ ਬੀਬੀ ਅਮਰੋ ਸਤਿਗੁਰੂ ਅੰਗਦ ਦੇਵ ਮਹਾਰਾਜ ਦੀ ਸੁਪੁੱਤਰੀ, ਇਹਨਾਂ ਦੀ ਭਤੀਜਨੋ ਸੀ। ਔਰ ਉਹਨਾਂ ਤੋਂ ਪਤਾ ਲੱਗਿਆ ਤਾਂ ਗੁਰੂ ਅੰਗਦ ਦੇਵ ਜੀ ਦੇ ਜਾ ਕੇ ਚਰਨੀ ਲੱਗੇ। ਖੈਰ ਇਹ ਚਿੱਤ ਨੂੰ ਰੋਕਣ ਵਾਸਤੇ ਕਹਿਣ ਲੱਗੇ ਇਸ ਨੂੰ ਆਪ ਜੀ ਰੋਕਣਾ ਕਰੋ ਤਾਂ ਕਿ ਇਹ ਤੁਹਾਡੇ ਵਿੱਚ ਜੁੜ ਜਾਵੇ। ਇਹ ਬੇਗਵਾਨ ਭੱਜ ਦੌੜ ਕਰਨ ਵਾਲਾ ਮਨ ਦਰਿਆ ਦੀ ਤਾਈ ਇੱਕ ਸਾਰ ਤੁਹਾਡੇ ਵਿੱਚ ਲੱਗਿਆ ਰਹੇ ਜੀ। 54 ਅਸੁਨੀ ਕਮਾਰ ਹਿਰਦਾ ਸੁਖ ਸਾਰ। ਔਰ 54ਵੀਂ ਅਰਦਾਸ ਅਸਨੀ ਕੁਮਾਰ। ਇੱਥੇ ਅਸਨੀ ਕੁਮਾਰ ਘੋੜੇ ਦੇ ਵਛੇਰੇ ਦਾ ਨਾਮ ਹੈ। ਕਹੋ ਸਤਨਾਮ। ਜਦੋਂ ਘਰ ਵਿੱਚ ਕੋਈ ਘੋੜੀ ਸੌਂਦੀ ਹੈ, ਵਛੇਰਾ ਦਿੰਦੀ ਹੈ, ਤੇ ਸਤਿਗੁਰੂ ਕਿਰਪਾ ਕਰੇ, ਅਰਦਾਸ ਕਰੋ ਮਹਾਰਾਜ ਇਹ ਬੱਚਾ ਤੰਦਰੁਸਤ ਚੜ੍ਹਦੀ ਕਲਾ ਵਿੱਚ ਰਹੇ ਜੀ। 55 ਵਿਆਹ ਕੀ ਕਿਰਤ ਮੈਂ ਆਰੰਭ ਤਵ ਕਿਰਪਾਲ ਸਿੱਖ ਕੋ ਨਿਹਾਲ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਵਿਆਹ ਦੀ ਆਰੰਭਤਾ ਵੇਲੇ ਵੀ ਤੁਸੀਂ ਅਰਦਾਸ ਕਰੋ ਤਾਂ ਗੁਰੂ ਸਿੱਖ ਨੂੰ ਉਸ ਕਾਰਜ ਵਿੱਚ ਕੋਈ ਅਟਕ ਫਟਕ ਨਹੀਂ ਪੈਣ ਦਿੰਦਾ। ਤੇ ਆਪਾਂ ਇੱਕ ਸ਼ਬਦ ਵੀ ਪੜ੍ਹਿਆ ਕਰਦੇ ਹਾਂ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾ ਸਾਖੀਐ, ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਇਹ ਵੀ ਪੜ੍ਹਦੇ ਹਾਂ। ਤੇ ਇੱਕ ਹੋਰ ਬਚਨ ਅਸੀਂ ਬਾਣੀ ਵਿੱਚੋਂ ਹੀ ਪੜ੍ਹਦੇ ਹਾਂ, ਕਿਉਂਕਿ ਇਤਿਹਾਸ ਤੇ ਬਾਣੀ ਦੋਨੇ ਮਿਲ ਕੇ ਹੀ ਸਾਨੂੰ ਸਮਝ ਆਉਣੀ ਆ। ਕੋ ਸਤਨਾਮ। ਤੇ ਪ੍ਰੀਤਮ ਜੀ ਕੀ ਲਿਖਦੇ ਆ ਬਾਣੀ ਵਿੱਚ? ਕਾਰਜ ਸਗਲੇ ਆਰੰਭਿਓ ਘਰ ਕਾ, ਠਾਕੁਰ ਕਾ ਭਰੋਸਾ। ਮਹਾਰਾਜ ਤੇਰੇ ਭਰੋਸੇ ਤੇ ਮੈਂ ਘਰ ਦਾ ਕਾਰਜ ਆਰੰਭ ਕੀਤਾ ਹੈ। ਉਹ ਚਾਹੇ ਤਾਂ ਨਵਾਂ ਘਰ ਬਣਾਉਣਾ ਤੇ ਚਾਹੇ ਨਵਾਂ ਘਰ ਵਸਾਉਣਾ, ਦੋਨਾਂ ਥਾਵਾਂ ਤੇ ਹੀ ਸਾਨੂੰ ਗੁਰੂ ਦੀ ਕਿਰਪਾ ਲੈਣ ਦੀ ਬੜੀ ਲੋੜ ਹੈ। 55 ਬੰਧਨ ਮੈਂ ਅੰਧਾ ਹੁਆ ਵਿਰੋਧ ਸਿੱਖ ਕੋ ਅੰਧ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ 56ਵੀਂ ਅਰਦਾਸ ਕਿਸੇ ਬੰਧਨ ਕਰਕੇ ਸਿੱਖ ਜਿਹੜਾ ਹੈ ਉਹ ਬੰਨਿਆ ਗਿਆ ਹੋਵੇ ਤੇ ਸਤਿਗੁਰੂ ਜੀ ਅੱਗੇ ਅਰਦਾਸ ਕਰੇ, ਉਹ ਵਿਰੋਧੀ ਸ਼ਕਤੀ ਜਿਹੜੀ ਹੈ ਉਹ ਸਿੱਖ ਤੋਂ ਦੂਰ ਹੋ ਜਾਵੇਗੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖ ਨੂੰ ਕਈ ਵਾਰੀ ਮਾਰਗ ਦਰਸ਼ਨ ਨਾ ਲੱਭੇ, ਇਹ ਕਿਸੇ ਕਾਰਨ ਬੰਧਨ ਵਿੱਚ ਪੈ ਜਾਵੇ
ਤਾਂ ਉਸ ਵੇਲੇ ਵੀ ਸਿੱਖ ਅਰਦਾਸ ਕਰੇ। ਔਰ ਇਹ ਅਰਦਾਸ ਸੁਖਮਨੀ ਸਾਹਿਬ ਦੇ ਵਿੱਚ ਲਿਖੀ ਹੋਈ ਆ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਇੱਕ ਸਿੱਖ ਜੇਲ੍ਹ ਦੇ ਵਿੱਚ ਡਿਊਟੀ ਨਿਭਾਉਂਦਾ ਹੈ, ਉਸੇ ਜੇਲ੍ਹ ਵਿੱਚ 2 ਰਾਜੇ ਕੈਦ ਹਨ, ਔਰ ਇਹ ਨਾਲ ਨਾਲ ਸੁਖਮਨੀ ਸਾਹਿਬ ਦਾ ਜਾਪ ਕਰਦਾ। ਤੇ ਇੱਕ ਦਿਨ ਉਹਨਾਂ ਰਾਜਿਆਂ ਨੇ ਪੁੱਛਿਆ ਬਈ ਤੁਸੀਂ ਇਹ ਕੀ ਪੜ੍ਹਦੇ ਹੋ? ਤੇ ਕਹਿਣ ਲੱਗਿਆ ਗੁਰਬਾਣੀ ਹੈ। ਕਹਿੰਦੇ ਆ ਪੰਕਤੀ ਸਾਨੂੰ ਬੜੀ ਮਨ ਨੂੰ ਛੋਹੰਦੀ ਆ, ਸਤਿਗੁਰ ਸਿੱਖ ਕੇ ਬੰਧਨ ਕਾਟੇ। ਕਹਿੰਦੇ ਹਾਂ। ਕਹਿੰਦੇ ਫਿਰ ਅਸੀਂ ਵੀ ਤਾਂ ਬੰਧਨ ਵਿੱਚ ਹਾਂ, ਜੇਲ੍ਹ ਵਿੱਚ ਹਾਂ, ਸਾਡਾ ਨਿਸਤਾਰਾ ਕਰ ਸਕਦੀ ਹੈ? ਕਹਿੰਦੇ ਹਾਂ। ਤੁਸੀਂ ਇਹਨਾਂ ਪੰਕਤੀਆਂ ਨੂੰ ਪੜ੍ਹਿਆ ਕਰੋ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਉਹਨਾਂ ਨੇ ਬਸ ਇਸ ਪੰਕਤੀ ਦਾ ਜਾਪ ਆਰੰਭ ਕਰ ਦਿੱਤਾ। ਕੁਝ ਦਿਨਾਂ ਦੇ ਬਾਅਦ ਗੁਰੂ ਪਿਆਰਿਓ ਉਹ ਜੇਲ੍ਹ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਸਮੇਤ ਘੋੜੇ ਉਤਰੇ ਆਏ, ਔਰ ਵਿਹੜੇ ਦੇ ਵਿੱਚ ਉਤਰੇ ਆ, ਔਰ ਸਾਹਮਣੇ ਰਾਜੇ ਆ, ਜੰਗਲੇ ਦੇ ਅੰਦਰ ਦਿਖਾਈ ਦੇ ਰਿਹਾ ਹੈ। ਉਹਨਾਂ ਨੂੰ ਕਹਿੰਦੇ ਆ ਜਾਓ। ਉਹ ਕਹਿੰਦੇ ਜੀ ਤੁਸੀਂ ਕੌਣ? ਕਹਿੰਦੇ ਜਿਹਨੂੰ ਰੋਜ਼ ਯਾਦ ਕਰਦੇ ਸੀਗੇ, ਗੁਰ ਕਾ ਸਿੱਖ ਆਪਣਾ ਸਤਿਗੁਰ ਸਿੱਖ ਕੇ ਬੰਧਨ ਕਾਟੈ। ਉਹ ਕਹਿਣ ਲੱਗੇ ਜੀ ਅਸੀਂ ਕਿਵੇਂ ਨਿਕਲੀਏ? ਇਸ ਤਾਂ ਲੋਕ ਲੱਗਿਆ ਹੋਇਆ। ਕਹਿੰਦੇ ਹੱਥ ਲਾਓ ਖੁੱਲ ਜੂਗਾ। ਕਹੋ ਸਤਿਨਾਮ। ਵਾਕਿਆ ਜਦੋਂ ਹੱਥ ਲਾਇਆ ਕਹਿੰਦੇ ਉਹ ਲੋਕ ਖੁੱਲ ਗਿਆ, ਦੋਨੇ ਰਾਜੇ ਬਾਹਰ ਆ ਗਏ। ਔਰ ਪਾਤਸ਼ਾਹ ਕਹਿੰਦੇ ਉੱਚੀ ਬੋਲ ਕੇ ਦੱਸ ਦਿਓ ਅਸੀਂ ਚੱਲੇ ਜੇ, ਐਵੇਂ ਨਾ ਲੱਭਦੇ ਫਿਰਿਓ। ਕਹਿੰਦੇ ਇੱਦਾਂ ਬੋਲ ਵੀ ਦਿੱਤਾ ਉਹਨਾਂ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੈਠੋ ਘੋੜੇ ਤੇ। ਪਰ ਘੋੜੇ 'ਤੇ ਉਹ ਕਹਿੰਦੇ ਜੀ ਤੁਹਾਡੇ ਬਰਾਬਰ ਤਾਂ ਅਸੀਂ ਕਿਵੇਂ ਬੈਠ ਸਕਦੇ ਹਾਂ, ਹੁਣ ਬਾਕੀ 3 ਜਣੇ। ਕਹਿੰਦੇ ਚੰਗਾ ਫਿਰ ਰਕਾਬਾਂ 'ਚ ਇੱਕ ਪੈਰ ਧਰੋ ਤੇ ਮੇਰਾ ਮੋਢਾ ਫੜ ਲਓ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਰਾਜਿਆਂ ਨੂੰ ਹੈਦਰਾਬਾਦ ਦੇ ਇਲਾਕੇ ਵਿੱਚੋਂ ਜੇਲ੍ਹ ਹੈ ਜਿੱਥੋਂ ਕੱਢਿਆ, ਤੇ ਹਜ਼ੂਰ ਸਾਹਿਬ ਦੇ ਨੇੜੇ ਗੁਰੂ ਪਿਆਰਿਓ ਉਹ ਅਸਥਾਨ ਹੈ ਜਿੱਥੇ ਲਿਆ ਕੇ ਉਤਾਰੇ ਆ, ਜਿੱਥੇ ਅਸੀਂ ਜਾ ਕੇ ਰਾਤ ਵੀ ਕੱਟਦੇ ਆ। ਇੱਕ ਸਰਾਂ ਵੀ ਸਾਡੀ ਬਣੀ ਹੋਈ ਹੈ ਸੰਗਤਾਂ ਦੇ ਵਾਸਤੇ, ਉਹ ਜਗ੍ਹਾ ਵੀ ਇੱਕ ਬਣ ਗਈ ਹੈ ਹਜ਼ੂਰ ਸਾਹਿਬ ਪਹੁੰਚਣ ਤੋਂ ਪਹਿਲਾਂ, ਮਨਵਾੜ ਸਾਹਿਬ। ਤਾਂ ਗੁਰੂ ਪਿਆਰੇ ਉੱਥੇ ਉਤਾਰਿਆ ਲਿਆ ਕੇ। ਉਹਨਾਂ ਨੂੰ ਕਹਿਣ ਲੱਗੇ ਜਾਓ, ਕਹਿਣ ਜੀ ਸਾਹਿਬ ਦੇ ਨਾਲ ਹੀ ਲੈ ਚੱਲੋ। ਪਾਤਸ਼ਾਹ ਕਹਿੰਦੇ ਮੈਂ ਤਾਂ 2 ਦੇਸ਼ਾਂ ਦਾ ਵਾਸੀ ਹਾਂ, ਮੈਂ ਨਾਲ ਨਹੀਂ ਲਿਜਾ ਸਕਦਾ, ਤੁਸੀਂ ਆਪਦੇ ਘਰੇ ਜਾਓ। ਕਹਿੰਦੇ ਮਹਾਰਾਜ ਘਰੇ ਤਾਂ ਜਾ ਵੜਾਂਗੇ, ਪਰ ਸਾਨੂੰ ਤੁਹਾਡਾ ਕੀ ਹੁਕਮ ਹੈ? ਜਿੱਥੇ ਮਨਵਾੜ ਸਾਹਿਬ ਕਹਿੰਦੇ ਉਤਾਰਿਆ ਸੀ, ਉਹਨਾਂ ਨੂੰ ਕਹਿਣ ਲੱਗੇ ਇੱਥੇ ਥਾਂ ਪੱਟੋ। ਕਹਿੰਦੇ ਕੋਈ ਜਗ੍ਹਾ ਉਹਨਾਂ ਨੇ ਪੱਟੀ ਤੇ ਥੱਲਿਓਂ ਨਾ ਇੱਕ ਧੂਣਾ ਨਿਕਲਿਆ। ਜੋ ਧੂਣਾ ਸੀਗਾ, ਧੂਣੇ ਦੇ ਕੋਲੇ ਬਹੁਤ ਸਾਰਾ ਸਮਾਨ ਜੋ ਰੱਖਦੇ ਆ ਜੋਗੀ ਲੋਕ, ਸਾਧੂ ਲੋਕ, ਉਹ ਕੋਲੇ ਪਿਆ ਹੈ। ਤੇ ਪਾਤਸ਼ਾਹ ਕਹਿੰਦੇ ਇਹ ਸਾਡਾ ਪਿਛਲੇ ਯੁੱਗ ਦਾ ਅਸਥਾਨ ਹੈ, ਅਸੀਂ ਇੱਥੇ ਬੈਠ ਕੇ ਭਜਨ ਬੰਦਗੀ ਤਪੱਸਿਆ ਕਰਦੇ ਰਹੇ ਹਾਂ। ਇੱਥੇ ਅਸਥਾਨ ਬਣਾਓ, ਸਰਾਂ ਬਣਾਓ, ਤਾਂ ਕਿ ਇੱਧਰ ਆਉਣ ਵਾਲੀਆਂ ਸੰਗਤਾਂ ਜਿਹੜੀਆਂ ਉਹ ਇੱਥੇ ਆਰਾਮ ਕਰ ਸਕਣ, ਲੰਗਰ ਛਕ ਸਕਣ। ਤਾਂ ਉਹ ਕਹਿਣ ਲੱਗੇ ਮਹਾਰਾਜ ਸਾਥੋਂ ਕੱਲਿਆਂ ਤੋਂ ਇਹ ਕੰਮ ਕਿੱਥੇ ਹੋਣਾ, ਫਿਰ ਐਦਾਂ ਕਰੋ ਜਾਓ ਹਜ਼ੂਰ ਸਾਹਿਬ ਨੰਦੇੜ, ਉੱਥੇ ਮੇਰੇ ਖਾਲਸੇ ਨੂੰ ਦੱਸ ਦਿਓ, ਉਹ ਆਪੇ ਕਰ ਦੂਗਾ। ਕਹੋ ਸਤਿਨਾਮ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਜਿਹੜਾ ਹੈ ਇੱਦਾਂ ਜੇਲ੍ਹ ਵਿੱਚੋਂ ਵੀ ਕੱਢ ਸਕਦਾ ਹੈ, ਪਰ ਜੇ ਸਿੱਖ ਅਰਦਾਸ ਕਰੇ ਜੀ। 57 ਮੋਹਨੀ ਮੈਂ ਦੇਖਤ ਖੁਸ਼ਹਾਲ, ਸਿੱਖ ਕਾਰਜ ਸੰਭਾਲ। ਇਸ ਤਰ੍ਹਾਂ ਗੁਰੂ ਪਿਆਰਿਓ 57ਵੀਂ ਅਰਦਾਸ ਹੈ, ਜਿਹਦੇ ਜੋਗਰਾ ਕੰਮ ਹੈ ਉਸ ਨੂੰ ਕਰ ਲੈਣ ਵਾਸਤੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੇ, ਔਰ ਸਿੱਖ ਦਾ ਕਾਰਜ ਜਿਹੜਾ ਹੈ ਹੋ ਜਾਂਦਾ ਜੀ। 58 ਕੀਰਤਨ ਕੀ ਗੁਰੂ ਕੋ ਅਚਾਰ, ਨਾਮ ਫਲ ਸੁਣੋ ਉਧਾਰ। ਔਰ 58ਵੀਂ ਅਰਦਾਸ ਹੈ ਕੀਰਤਨ ਕਰਨ ਲੱਗਿਆਂ ਵੀ ਅਰਦਾਸ ਕਰੀਏ ਤੇ ਰਾਗੀ ਸਿੰਘ ਵੀ ਪਹਿਲਾ ਸ਼ਬਦ ਅਰਦਾਸ ਬੇਨਤੀ ਰੂਪ ਚ ਪੜ੍ਹਦੇ ਆ ਹਮੇਸ਼ਾ ਹੀ, ਔਰ ਹੁਕਮਨਾਮਾ ਲੈਣ ਵੇਲੇ ਵੀ ਆਪਾਂ ਅਰਦਾਸ ਬੇਨਤੀ ਕਰ ਵੇਲੇ ਸ਼ਬਦ ਪੜ੍ਹਦੇ ਹਾਂ। ਹੋਵੇ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਸ ਤਰ੍ਹਾਂ 58ਵੀਂ ਅਰਦਾਸ ਵਿੱਚ ਕਹਿੰਦੇ ਕੀਰਤਨ ਕਰਨ ਲੱਗਿਆਂ ਦੀ ਹੈ, ਸਤਿਗੁਰੂ ਜੀ ਦੀ ਗੁਰਬਾਣੀ ਸੁਣਨ ਦਾ ਫਲ ਪ੍ਰਾਪਤ ਹੁੰਦਾ ਹੈ।
ਕੀਰਤਨ ਕਰਨ ਲੱਗਿਆਂ ਵੀ ਅਰਦਾਸ ਬੇਨਤੀ ਵਾਲੇ ਸ਼ਬਦ ਪੜ੍ਹਨੇ ਚਾਹੀਏ ਜੀ। 59 ਬਿਗਨ ਹਟਾਵਨ ਮੈਂ ਸ਼ਹੀਦ ਸਿੰਘ ਉਮੰਡ ਵਿਰੋਧੀ ਰੋਕੇ ਬਿਹੰਡ। ਔਰ ਕੋਈ ਵਿਘਨ ਪੈਂਦਾ ਹੋਵੇ ਤੇ ਫਿਰ ਅਰਦਾਸ ਕਰੋ ਸ਼ਹੀਦਾਂ ਸਿੰਘਾਂ ਨੂੰ, ਮਹਾਰਾਜ ਕਿਰਪਾ ਕਰੋ ਇਹਨਾਂ ਵਿਰੋਧੀਆਂ ਨੂੰ ਮੇਰੇ ਤੋਂ ਦੂਰ ਕਰੋ ਜਿਹੜੇ ਮੇਰੇ ਕੰਮ ਦੇ ਵਿੱਚ ਵਿਘਨ ਪਾਉਂਦੇ ਹਨ। ਜਦ ਅਸੀਂ ਅਰਦਾਸ ਕਰਾਂਗੇ ਤੇ ਜ਼ਰੂਰ ਜਿਹੜੇ ਹਨ ਇਹ ਵਿਰੋਧੀਆਂ ਨੂੰ ਦੂਰ ਕਰਨ ਲਈ ਕਹਿੰਦੇ ਸਤਿਗੁਰ ਦੇ ਬਖਸ਼ੇ ਉਹ ਸਿੰਘ ਜੋ ਸਰੀਰ ਕਰਕੇ ਸ਼ਹੀਦ ਹੋ ਚੁੱਕੇ ਨੇ, ਪਰ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਉਹ ਸ਼ਹੀਦੀ ਫੌਜਾਂ ਉਹ ਸਿੱਖ ਦੀ ਰੱਖਿਆ ਕਰਨ ਵਾਸਤੇ ਆ ਜਾਂਦੀਆਂ ਹਨ, ਭਾਵ ਉਹਦੇ ਵਿਘਨ ਨੂੰ ਟਾਲ ਦਿੰਦੇ ਹਨ ਪਰਮੇਸ਼ਰ ਸਤਿਗੁਰੂ ਸਰੂਪ ਗੁਪਤ ਰੂਪ ਦੇ ਵਿੱਚ। ਇਸ ਕਰਕੇ ਇੱਕ ਇਸ ਵਿਸ਼ੇ ਤੇ ਮੇਰੇ ਗੱਲ ਯਾਦ ਆ ਗਈ ਆ, ਇੱਕ 100 ਸਾਖੀ ਆ ਜਿਹੜੀ ਧੰਨ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੀ ਸੀ। ਤੇ ਉਹ ਸਾਖੀ ਦੇ ਵਿੱਚ ਜਿਹੜੀ ਭਾਸ਼ਾ ਸੀਗੀ ਉਹ ਆਮ ਸਿੱਖਾਂ ਨੂੰ ਸਮਝ ਨਹੀਂ ਸੀ ਆਉਂਦੀ। ਤੇ ਇੱਕ ਸਿੱਖ ਦਾ ਖਿਆਲ ਬਣਿਆ ਬਈ ਮੈਂ ਇਸ ਦੇ ਅਰਥ ਕਰਾਂ। ਉਸ ਤੋਂ ਪਹਿਲਾਂ ਉਹ 100 ਸਾਖੀ ਜਿਹੜੀ ਹੈ ਅੰਗਰੇਜ਼ਾਂ ਨੇ ਜਦੋਂ ਇੱਥੋਂ 100 ਸਾਲ ਰਹਿ ਕੇ ਅੰਗਰੇਜ਼ ਗਏ ਆ ਨਾ, ਉਹ 100 ਸਾਖੀ ਵਿੱਚ ਲਿਖਿਆ ਸੀਗਾ ਬਈ ਅੰਗਰੇਜ਼ਾਂ ਨੂੰ 100 ਸਾਲ ਬਾਅਦ ਜਾਣਾ ਪੈਣਾ। ਹੁਣ ਉਹਨਾਂ ਨੇ ਪਤਾ ਜਦ ਲੱਗਿਆ ਵੀ ਇਹਦੇ ਵਿੱਚ ਲਿਖਿਆ ਵੀ ਅੰਗਰੇਜ਼ਾਂ ਦੇ ਜਾਣ ਵਾਸਤੇ ਸਤਿਗੁਰਾਂ ਨੇ ਅਗਾਊਂ ਭਵਿੱਖਬਾਣੀ ਕੀਤੀ ਹੋਈ ਹੈ, ਤੇ ਸਿੰਘ ਜਿਹੜੇ ਹਨ ਇਸ ਭਵਿੱਖਬਾਣੀ ਨੂੰ ਪੜ੍ਹ ਕੇ ਤੇ ਸਾਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕਰਨਗੇ। ਤੇ ਅੰਗਰੇਜ਼ਾਂ ਨੇ ਗੁਰੂ ਪਿਆਰਿਓ ਕੋਸ਼ਿਸ਼ ਕੀਤੀ ਉਹ 100 ਸਾਖੀ ਗੁਪਤ ਕਰਨ ਦੀ। ਕਹੋ ਸਤਿਨਾਮ। ਇਹ ਕੋਸ਼ਿਸ਼ ਕੀਤੀ ਉਹਨਾਂ ਨੇ ਉਹ 100 ਸਾਖੀ ਨੂੰ ਗੁਪਤ ਕੀਤਾ ਜਾਵੇ ਤਾਂ ਕਿ ਨਾ ਇਹਨੂੰ ਪਤਾ ਲੱਗੇ ਤੇ ਨਾ ਅਸੀਂ ਨਿਕਲੀਏ। ਪਰ ਸਾਧ ਜੇ ਬੋਲੇ ਸਹਿਜ ਸੁਭਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ, ਇਹ ਬਚਨ ਹੋਇਆ ਸੀ। ਤਾਂ ਗੁਰੂ ਪਿਆਰਿਓ ਇੱਕ ਵਾਰੀ ਅੰਗਰੇਜ਼ਾਂ ਦਾ ਵੱਡਾ ਅਫਸਰ ਇੱਕ 100 ਸਾਖੀ ਉੱਧਰ ਲੈ ਗਏ ਸੀ ਲੰਡਨ ਦੇ ਵਿੱਚ। ਹੁਣ ਉਹਦੀ ਭਾਸ਼ਾ ਹੋਰ ਸੀ, ਉਹਨਾਂ ਨੂੰ ਵੀ ਸਮਝ ਨਹੀਂ ਸੀ ਆਉਂਦੀ। ਤੇ ਉਹਨਾਂ ਨੇ ਇਧਰ ਇੱਕ ਨਿਹੰਗ ਸਿੰਘ ਨੂੰ ਪੁੱਛਿਆ ਬਈ ਸਾਡੇ ਕੋਲ ਇੱਕ 100 ਸਾਖੀ ਹੈ ਹੱਥ ਲਿਖਤ ਗੁਰੂ ਗੋਬਿੰਦ ਸਿੰਘ ਦੀ, ਸਾਨੂੰ ਉਹਦੇ ਅਰਥ ਕਰਕੇ ਦਿਓ। ਇਹਨਾਂ ਨੇ ਕਿਹਾ ਵੀ ਸਾਨੂੰ ਵਿਖਾਓ। ਤਾਂ ਉਹਨਾਂ ਨੇ ਉੱਧਰੋਂ ਮੰਗਾ ਕੇ, ਅਫਸਰ ਸੀ ਵੱਡਾ, ਉਹਨੇ ਮੰਗਾ ਲਈ ਤੇ ਵਿਖਾਉਣੀ ਕੀਤੀ। ਉਹ ਕਹਿਣ ਲੱਗਿਆ ਤੁਹਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਗੱਡੀ, ਰਸੋਈਆ, ਕੋਠੀ, ਬਿਲਡਿੰਗ, ਆਉਣ ਜਾਣ ਦਾ ਖਰਚਾ ਤੁਹਾਡਾ ਸਭ ਦੇਵਾਂਗੇ, ਪਰ ਇਹ ਅਰਥ ਕਰ ਦਿਓ। ਕਹਿੰਦੀ ਉਹ ਨਿਹੰਗ ਸਿੰਘ ਨੇ ਉਹ ਪੋਥੀ ਲੈ ਲਈ ਉਹਨਾਂ ਤੋਂ ਤੇ ਦੂਜੇ ਸਿੰਘ ਦੇ ਨਾਲ ਗੱਲ ਕੀਤੀ ਵੀ ਆਹ ਗੱਲ ਹੈ। ਦੂਜਾ ਸਿੰਘ ਕਹਿਣ ਲੱਗਿਆ ਅੰਗਰੇਜ਼ ਇਸ ਹਿਸਾਬ ਦੇ ਨੇ ਕਈ ਲੋਕ ਵੀ ਇਹ ਆਪਦਾ ਕੰਮ ਕਰਾ ਕੇ ਉਸ ਬੰਦੇ ਨੂੰ ਕੈਦ ਕਰ ਲੈਂਦੀ ਆ ਜਾਂ ਖਤਮ ਕਰ ਦਿੰਦੇ ਆ। ਕੋ ਸਤਨਾਮ। ਤੈਨੂੰ ਪਹਿਲਾਂ ਸਹੂਲਤਾਂ ਦੇਣਗੇ ਪਰ ਜਦੋਂ ਕੰਮ ਹੋ ਗਿਆ ਫਿਰ ਤੈਨੂੰ ਇਹਨਾਂ ਨੇ ਜਾਂ ਖਤਮ ਕਰ ਦੇਣਾ ਜਾਂ ਇਹਨਾਂ ਨੇ ਤੈਨੂੰ ਕੈਦ ਕਰ ਦੇਣਾ, ਦੁਨੀਆ ਦੇ ਸਾਹਮਣੇ ਨਹੀਂ ਆਉਣ ਦੇਣਾ। ਦੱਸਦੇ ਆ ਜੋ ਤਾਜ ਮਹਿਲ ਪੂਰਾ ਹੋ ਗਿਆ ਉਸ ਮਿਸਤਰੀ ਦੇ ਹੱਥ ਕੱਟ ਦਿੱਤੇ, ਪਰ ਫਿਰ ਵੀ ਉਸ ਨੇ ਆਪਣੇ ਦਿਮਾਗ ਦੇ ਨਾਲ ਦੂਜੇ ਮਿਸਤਰੀਆਂ ਤੋਂ ਹੋਰ ਜਗ੍ਹਾ ਤੇ ਬਣਾ ਦਿੱਤਾ। ਕੋ ਸਤਨਾਮ। ਭਾਵ ਮਕਸਦ ਇਹਨਾਂ ਲੋਕਾਂ ਦੇ ਹੁੰਦੇ ਇਹੋ ਜਿਹੇ। ਤੇ ਹੁਣ ਕਹਿੰਦੇ ਵੀ ਕੀ ਕੀਤਾ ਜਾਵੇ। ਕਹਿੰਦੇ ਯਾਰ ਮੇਰੀ ਇੱਛਾ ਸੀ ਮੈਂ ਇਸ ਸਾਖੀ ਦੇ ਅਰਥ ਕਰਾਂ, ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਮੈਨੂੰ ਪੁਰਾਤਨ ਸਾਖੀ ਮਿਲ ਗਈ ਆ। ਉਹ ਕਹਿਣ ਲੱਗੇ ਅਰਥ ਤੂੰ ਕਰ ਲਾ, ਪਰ ਉਹਨਾਂ ਨੂੰ ਕਰਕੇ ਨਾ ਨਹੀਂ, ਇਹ ਤੂੰ ਆਪਣੇ ਕੋਲ ਕਰ ਲਾ। ਤੇ ਉਹਨੇ ਫਿਰ ਕਈ 100 ਸਾਖੀਆਂ ਜਿਹੜੀਆਂ ਉਦੋਂ ਬਾਅਦ ਛਪੀਆਂ ਜਾਂ ਹੋਰ ਤਰ੍ਹਾਂ ਦੀਆਂ 17-18 ਇਕੱਠੀਆਂ ਕੀਤੀਆਂ, ਉਹਦੇ ਨਾਲ ਮਿਲਾ ਕੇ ਇੱਕ ਨੂੰ ਸਹੀ ਕਰ ਲਿਆ ਤੇ ਉਹਨਾਂ ਦੀ ਹੱਥ ਬੰਨ੍ਹ ਕੇ ਮੋੜਤੀ ਵੀ ਸਾਨੂੰ ਇਹਦੀ ਸਮਝ ਨਹੀਂ ਆਉਂਦੀ, ਮਹਾਰਾਜ ਜੀ ਆਪਦੀ ਲੈ ਜਾਓ। ਤੇ ਉਸ ਨੇ ਫਿਰ ਘਰੇ ਬੈਠ ਕੇ ਕਹਿੰਦੀ ਅਰਦਾਸ ਸ਼ੁਰੂ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੈਂ ਤੁਹਾਡੀ ਇਹ ਲਿਖਤ ਨੂੰ ਗੁਰਮੁਖੀ ਵਿੱਚ ਅਰਥ ਕਰਨੇ ਚਾਹੁੰਦਾ ਤੇ ਕਿਰਪਾ ਕਰਕੇ ਮੈਨੂੰ ਦੱਸੋ। ਕਈ ਦਿਨ ਅਰਦਾਸ ਕਰਦਾ ਰਿਹਾ ਤੇ ਇੱਕ ਦਿਨ ਕਹਿੰਦੇ ਜਦੋਂ ਅਰਦਾਸ ਕਰ ਰਹੇ ਆ ਸਵੇਰੇ ਸਵੇਰੇ ਬੈਠਾ ਨਿਤਨੇਮ ਤੋਂ ਬਾਅਦ, ਕਹਿੰਦੇ 2 ਸ਼ਹੀਦ ਸਿੰਘ ਆ ਗਏ, ਘਬਰਾ ਗਏ ਆ। ਉਹ ਕਹਿੰਦੇ ਡਰਨਾ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ, ਕੰਮ 8ਵੇਂ ਪਾਤਸ਼ਾਹ ਦਾ ਕਹੀ ਜਾਣਾ ਤੂੰ 10ਵੇਂ ਪਾਤਸ਼ਾਹ ਨੂੰ। ਕੋ ਸਤਨਾਮ। ਇਹ ਜਿਹੜਾ ਗਿਆਨ ਦੇਣ ਦਾ ਕੰਮ ਹੈ ਨਾ ਇਹ ਹਰਿਕ੍ਰਿਸ਼ਨ ਜੀ ਮਹਾਰਾਜ ਦਾ। ਕੋ ਸਤਨਾਮ। ਜਿਵੇਂ ਦੁਆਪਰ ਯੁੱਗ 'ਚ ਕ੍ਰਿਸ਼ਨ ਜੀ ਨੇ ਗਿਆਨ ਦਿੱਤਾ ਗੀਤਾ ਦਾ, ਐਵੇਂ
ਗੁਰਮਤਿ ਵਿੱਚ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਕਾਰਜ ਕੀਤਾ ਹੈ। ਸਾਰੇ ਗੁਰੂਆਂ ਦੇ ਅਲੱਗ-ਅਲੱਗ ਕਾਰਜ ਹੈ, ਭਾਵੇਂ ਜੋਤ ਇੱਕੋ ਹੈ, ਸਰੀਰਾਂ ਦੇ ਕਾਰਜ ਅਲੱਗ-ਅਲੱਗ ਹੈ। ਕਹੋ ਸਤਿਨਾਮ। ਤੇ ਤੂੰ ਰੋਜ਼ ਅਰਦਾਸ ਕਰੀ ਜਾਣਾ ਹੈ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਇਹ 100 ਸਾਖੀ ਦੇ ਮੈਨੂੰ ਅਰਥ ਦੱਸੋ। ਉਹਦੇ ਵਿੱਚ ਭਵਿੱਖਬਾਣੀ ਵੀ ਲਿਖੀ ਹੈ, ਉਹਦੇ ਵਿੱਚ ਮਾਤਾ ਜੀਤੋ ਜੀ ਨੂੰ ਗਿਆਨ ਦਿੱਤਾ, ਉਹ ਵੀ ਸਾਖੀ ਹੈ ਬੜੀ ਗਿਆਨ ਦੀ। ਤਾਂ ਗੁਰੂ ਪਿਆਰਿਓ, ਉਹ ਸਿੱਖ ਹੱਥ ਬੰਨ੍ਹ ਖੜਿਆ ਜੀ, ਫਿਰ ਮੈਂ ਕੀ ਕਰਾਂ? ਕਹਿੰਦੇ ਕਾਗਜ਼ ਕਲਮ ਸਿਆਹੀ ਸਭ ਕੋਈ ਇਕੱਠਾ ਕਰਕੇ ਰੱਖ ਲਾ, ਅੰਮ੍ਰਿਤ ਵੇਲੇ ਉੱਠ ਕੇ ਤਿਆਰ ਪ੍ਰਤਿਆਰ ਹੋ ਕੇ ਲਿਖਣ ਬਹਿ ਜਿਆ ਕਰ। ਵੇਖ ਵੇਖ ਕੇ ਤੈਨੂੰ ਗੁਰੂ ਹਰਿਕ੍ਰਿਸ਼ਨ ਜੀ ਅਰਥ ਕਰਾਉਣਗੇ। ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਜੰਗਾਂ ਯੁੱਧਾਂ ਦਾ ਕੰਮ ਸੀ, ਜ਼ੁਲਮ ਨੂੰ ਜ਼ਾਲਮ ਨੂੰ ਸੋਧਣਾ ਸੀ। ਕਹੋ ਸਤਿਨਾਮ। ਤਾਂ ਫਿਰ ਕਹਿੰਦੇ ਉਹ ਸਿੱਖ ਨੇ ਉਹ ਸਾਖੀ ਦੇ ਅਰਥ ਕਰਨੇ ਸ਼ੁਰੂ ਕੀਤੇ। ਹਜੇ ਵੀ ਉਹ ਜਿਹੜੀ 100 ਸਾਖੀ ਹੈ ਹੁਣ ਛਪਦੀ ਆ, ਛਪੀ ਹੋਈ ਮਿਲਦੀ ਆ। ਖੈਰ ਗੁਰੂ ਕਿਰਪਾ ਕਰਨ, ਜੇ ਸਿੱਖ ਦੇ ਕੰਮ ਦੇ ਵਿੱਚ ਕੋਈ ਵਿਘਨ ਪੈਂਦਾ ਹੋਵੇ ਉਸ ਨੂੰ ਦੂਰ ਕਰਨ ਲਈ ਗੁਰੂ ਅੱਗੇ ਅਰਦਾਸ ਕਰਨ, ਉਸ ਵਿਘਨ ਨੂੰ ਗੁਰੂ ਕਿਰਪਾ ਕਰਕੇ ਆਪਣੇ ਸ਼ਹੀਦਾਂ ਸਿੰਘਾਂ ਰਾਹੀਂ ਦੂਰ ਕਰਦੇ ਹਨ। ਸਾਠਵੀਂ ਸਾਧ ਮਿਲਨ ਮੈਂ ਮਨ ਹੋਵੇ ਅਧੀਨ, ਸਾਧ ਮਿਲੇ ਫਲ ਪੀਨ। ਔਰ ਇੱਕ ਇਹ ਅਰਦਾਸ ਹੈ 60ਵੀਂ ਕਿ ਅਰਦਾਸ ਕਰਿਆ ਕਰੋ ਕਿ ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੀ ਆਵੇ। ਇਹ ਅਰਦਾਸ ਕਰੋ, ਜਦ ਮਿਲ ਜਾਣ ਤੇ ਉਹਨਾਂ ਨੂੰ ਮਿਲਦਿਆਂ ਹੋਇਆਂ ਸਾਡੇ ਵਿੱਚ ਨਿਮਰਤਾ ਵੀ ਹੋਣੀ ਚਾਹੀਦੀ ਆ। ਅਧੀਨ ਦਾ ਮਤਲਬ ਨਿਮਰਤਾ। ਸਾਨੂੰ ਸਾਧੂਆਂ ਨੂੰ ਮਿਲਣ ਵੇਲੇ ਸਾਡਾ ਮਨ ਹੰਕਾਰੀ ਨਾ ਹੋਵੇ, ਨਿਮਰਤਾ ਹੋਵੇ, ਤਾਂ ਹੀ ਸਾਨੂੰ ਉਹਨਾਂ ਦੇ ਮਿਲਣ ਦਾ ਫਲ ਮਿਲ ਸਕਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਪਿਛਲੇ ਪਿੰਡ ਗਏ। ਇਹਨਾਂ ਦਾ ਜਿਹੜਾ ਮੁਕਤਸਰ ਦੇ ਕੋਲੋਂ ਸਰਾਏ ਨਾਗਾ ਤੋਂ ਆਏ ਸੀ, ਆਪ ਜੀ ਨੂੰ ਪਤਾ, ਇਹ ਖਡੂਰ ਸਾਹਿਬ ਫਿਰ ਵਸ ਗਏ ਸੀ। ਪਰ ਉਸ ਤੋਂ ਪਿਛਲਾ ਪਿੰਡ ਇਹਨਾਂ ਦਾ ਹਰੀਪੁਰਾ ਸੀ। ਉਸ ਪਿੰਡ ਵਿੱਚ ਗਏ, ਪਿੰਡ ਵਾਲਿਆਂ ਨੇ ਬੜਾ ਸਤਿਕਾਰ ਕੀਤਾ। ਸਤਿਗੁਰਾਂ ਦਾ ਆਸਣ ਲੱਗਿਆ ਹੋਇਆ, ਪਲੰਘੇ ਤੇ ਮੰਜੇ ਤੇ ਬੈਠੇ ਨੇ। ਪਿੰਡ ਵਾਲੇ ਆ ਕੇ ਮਿਲ ਰਹੇ ਆ ਗੁਰੂ ਸਾਹਿਬ ਨੂੰ। ਪਿੰਡ ਦੇ ਚੌਧਰੀ ਇੱਕ ਨੰਬਰਦਾਰ ਹੈ, ਉਸ ਬੰਦੇ ਨੂੰ ਪਤਾ ਲੱਗਿਆ ਬਈ ਆਪਣੇ ਫਲਾਨੇ ਜਿਹੜੇ ਇੱਥੋਂ ਚਲੇ ਗਏ ਸੀਗੇ ਉਹਨਾਂ ਦਾ ਪੁੱਤਰ ਲਹਿਣਾ ਹੁਣ ਗੁਰੂ ਬਣਿਆ ਹੋਇਆ ਹੈ। ਉਹ ਲਹਿਣਾ ਕਹਿੰਦਾ, ਮੈਂ ਨਹੀਂ ਕਹਿੰਦਾ, ਉਹ ਕਹਿੰਦਾ ਉਹਨਾਂ ਦਾ ਪੁੱਤਰ ਲਹਿਣਾ ਜਿਹੜਾ ਗੁਰੂ ਬਣਿਆ ਹੋਇਆ ਤੇ ਆਪਣੇ ਪਿੰਡ ਵਿੱਚ ਆਇਆ ਤੇ ਲੋਕ ਉਹਨੂੰ ਮਿਲਣ ਜਾ ਰਹੇ ਆ, ਮੈਂ ਵੀ ਮਿਲ ਕੇ ਆਉਣਾ। ਉਹ ਮਿਲਣ ਵਾਸਤੇ ਆਇਆ, ਪਰ ਮਿਲਣ ਵਾਸਤੇ ਆਉਣ ਤੋਂ ਪਹਿਲਾਂ ਨੌਕਰ ਭੇਜਤਾ। ਕਹਿੰਦੇ ਜਾ ਕੇ ਗੁਰੂ ਜੀ ਨੂੰ ਕਹੋ ਕਿ ਮਹਾਰਾਜ ਤੁਹਾਨੂੰ ਮਿਲਣ ਵਾਸਤੇ ਫਲਾਨਾ ਆਪਣੇ ਪਿੰਡ ਦਾ ਚੌਧਰੀ ਆ ਰਿਹਾ। ਦੱਸਣ ਦੀ ਤਾਂ ਲੋੜ ਹੀ ਨਹੀਂ ਗੁਰੂ ਸਾਹਿਬ ਦੇ ਕੋਲੇ, ਨਿਝੱਕ ਆਓ। ਇਹ ਸਭ ਦੇ ਲਈ ਹਮੇਸ਼ਾ ਦਰਬਾਰ ਖੁੱਲ੍ਹਾ ਹੈ, ਪਰ ਉਹਨੂੰ ਦੱਸਿਆ ਕਿਉਂ ਕਿ ਮੈਂ ਚੌਧਰੀ ਹਾਂ, ਖਾਸ ਬੰਦਾ ਹਾਂ, ਮੇਰਾ ਖਾਸ ਸਤਿਕਾਰ ਹੋਣਾ ਚਾਹੀਦਾ। ਨੌਕਰ ਨੇ ਆ ਕੇ ਦੱਸਿਆ। ਗੁਰੂ ਸਾਹਿਬ ਕਹਿਣ ਲੱਗੇ ਠੀਕ ਆ। ਸਿੱਖ ਨੂੰ ਕਹਿੰਦੇ ਐਂ ਕਰ, ਇੱਥੇ ਇੱਕ ਪੀੜਾ ਲਿਆ ਕੇ ਡਾਹ ਦੇ। ਹੁਣ ਕੁਰਸੀਆਂ ਹੁੰਦੀਆਂ, ਪਹਿਲਾਂ ਪੀੜੇ ਹੁੰਦੇ ਸੀ। ਕਹੋ ਸਤਿਨਾਮ। ਸੋਫੇ ਸੈੱਟ ਨੂੰ ਹੁਣ ਵੀ ਪੀੜਾ ਸੈੱਟ ਕਹਿ ਦਿੰਦੇ ਆ। ਵੱਡੀਆਂ ਕੁਰਸੀਆਂ, ਪੀੜੇ ਬੁਣੇ ਹੋਏ ਰੱਸੀਆਂ ਨਾਲ। ਇੱਕ ਇੱਥੇ ਭਾਈ ਪੀੜਾ ਲਿਆ ਕੇ ਰੱਖੋ, ਪਿੰਡ ਦੇ ਚੌਧਰੀ ਸਾਹਿਬ ਆ ਰਹੇ ਨੇ ਆਪਣੇ। ਕਹੋ ਸਤਿਨਾਮ। ਤਾਂ ਗੁਰੂ ਪਿਆਰਿਓ, ਪੀੜਾ ਪਾਤਸ਼ਾਹ ਨੇ ਆਪਣੇ ਕੋਲ ਰੱਖ ਲਿਆ। ਗੱਲਬਾਤ ਕਰਨ ਵਾਸਤੇ ਆ ਕੇ ਬਿਠਾ ਲਾਂਗੇ ਭਾਈ, ਥੱਲੇ ਨਾ ਬਿਠਾਵਾਂਗੇ। ਦੱਸਿਆ ਉਹਨੇ, ਸੁਨੇਹਾ ਭੇਜਿਆ। ਹੁਣ ਆਇਆ, ਕਹਿਣ ਲੱਗੇ ਉਹ ਜਦ ਆਇਆ ਤੇ ਸੰਗਤਾਂ ਨੇ ਵੀ ਇਸ਼ਾਰਾ ਕੀਤਾ ਜੀ ਪੀੜੇ ਤੇ ਬੈਠੋ। ਗੁਰੂ ਸਾਹਿਬ ਨੇ ਵੀ ਕੀਤਾ, ਪਰ ਉਹ ਬਹਿੰਦਾ ਬਹਿੰਦਾ ਮੰਜੇ ਤੇ ਜਾ ਬੈਠਾ। ਗੁਰੂ ਸਾਹਿਬ ਨੇ ਉਹ ਵੀ ਸਰਾਣੇ ਵਾਲੇ ਪਾਸੇ। ਕਹੋ ਸਤਿਨਾਮ। ਗੁਰੂ ਸਾਹਿਬ ਚੁੱਪ ਰਹੇ। ਥੋੜੀਆਂ ਬਹੁਤੀਆਂ ਗੱਲਾਂ ਕੀਤੀਆਂ, ਨਾ ਕੋਈ ਸਤਿ ਸ੍ਰੀ ਅਕਾਲ, ਨਾ ਕੋਈ ਪੈਰੀ ਪੈਣਾ, ਨਾ ਕੋਈ ਨਮਸਕਾਰ। ਬੈਠਾ ਥੋੜਾ ਬਹੁਤਾ ਪਿਛਲਾ ਸਮਾਂ ਪੁੱਛ ਕੇ ਗੱਲਬਾਤ ਕਰਕੇ ਪੁਰਾਣੇ ਬਜ਼ੁਰਗਾਂ ਦੀ ਉੱਠ ਕੇ ਤੁਰ ਗਿਆ। ਸੰਗਤ ਕਹਿੰਦੀ ਜੀ ਕਿੱਡਾ ਮੂਰਖ ਹੈ ਬੰਦਾ, ਦੇਖੋ ਤੁਸੀਂ ਉਹਦੇ ਵਾਸਤੇ ਬੈਠਣ ਨੂੰ ਪੀੜਾ ਡਾਹਿਆ, ਦਰੀਆਂ ਤੇ ਬੈਠਣ ਦੀ ਬਜਾਏ ਪੀੜਾ ਡਾਹਿਆ। ਇਹ ਪੀੜੇ ਤੇ ਬੈਠਣ ਦੀ ਬਜਾਏ ਤੁਹਾਡੇ ਬਰਾਬਰ ਆ ਕੇ ਬਹਿ ਗਿਆ। ਪਾਤਸ਼ਾਹ ਕਹਿੰਦੇ ਨਾ ਮੰਜਾ ਨਾ ਪੀੜਾ, ਇਹ ਸਭ ਕੁਝ ਖਤਮ ਹੋ ਜਾਣਾ। ਕੋਈ ਸਹਿ ਸੁਹਾਈ। ਇਹ ਕਹਿੰਦੇ ਕਿਹਨੂੰ ਮਿਲਣਾ ਹੈ? ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਓ। ਥੱਲੇ ਬੈਠ ਜਾਈਏ ਤੇ ਲੋ ਤੋਂ ਵੀ ਬਚ ਜਾਈਦਾ, ਨੀਵੇਂ ਰਹੀਏ ਤਾਂ ਸੱਟ ਤੋਂ ਵੀ ਬਚ ਜਾਈਦਾ। ਜਿੰਨੀਆਂ ਉੱਚੀਆਂ ਬਿਲਡਿੰਗਾਂ ਤੇ ਚੜਾਂਗੇ ਸੱਟ ਵੱਜਣ ਦਾ ਖਤਰਾ ਹੀ ਖਤਰਾ ਹੈ। ਕਹੋ ਸਤਿਨਾਮ। ਇਹ ਵਿਸਾਖੀ ਗੁਰੂ ਅੰਗਦ ਦੇਵ ਜੀ ਦੀ ਐ। ਇਸ ਕਰਕੇ ਅਰਦਾਸ ਕਰੋ ਕਿ ਉਹਨਾਂ ਦੇ ਦਰਸ਼ਨ ਹੋਣ ਜਿਹੜੇ ਤੇਰੇ ਪਿਆਰੇ ਹੈ, ਪਰ ਇਹ ਵੀ ਅਰਦਾਸ ਕਰੋ ਕਿ ਮੇਰਾ ਮਨ ਮਿਲਣ ਵੇਲੇ
ਨਿਮਰਤਾ ਵਿੱਚ ਰਹੇ, ਤਾਂ ਕਿ ਮੈਂ ਕੋਈ ਉਹਨਾਂ ਦੀ ਸੰਗਤ ਵਿੱਚੋਂ ਫਲ ਪ੍ਰਾਪਤ ਕਰ ਸਕਾਂ ਜੀ। ਦੋਹਰਾ 60 ਅਰਦਾਸਾਂ ਮੰਗਲੀ ਦੀਨ ਬਿਸ਼ੰਬਰ ਸਿੱਖ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਮੰਗਲਾ ਚਰਨ ਵਾਲੀਆਂ, ਸੁੱਖ ਦੇਣ ਵਾਲੀਆਂ ਘਰ ਦੇ ਵਿੱਚ ਵਿਚਾਰਾਂ ਲਿਖ ਕਰਕੇ ਬਿਸ਼ੰਬਰ ਦਾਸ ਨੂੰ ਦੇਣੀਆਂ ਕੀਤੀਆਂ ਜੀ। ਤੋਹੇ ਭਾਵ ਜੈਸੋ ਫਲਿਓ ਐਸਾ ਸਿੱਖ ਨਾ ਦਿਖ। ਔਰ ਨਾਲੇ ਵਡਿਆਈ ਵੀ ਦਿੱਤੀ ਕਿ ਤੇਰੇ ਜਿਹੜੀ ਭਾਵਨਾ ਬਹੁਤ ਉੱਚੀ ਹੈ ਬਿਸ਼ੰਬਰ ਦਾਸ, ਤੂੰ ਪੁਰਾਣੇ ਗੁਰੂਆਂ, ਪਿਛਲੇ ਵੱਡੇ ਗੁਰੂਆਂ ਤੋਂ ਸਿੱਖ ਹੁੰਦਾ ਆ ਰਿਹਾ ਤੁਹਾਡਾ ਪਰਿਵਾਰ, ਔਰ ਇਸ ਦਾ ਫਲ ਤੈਨੂੰ ਇਹ ਮਿਲਿਆ ਹੈ। ਇਕਾਟਵੀਂ ਮਨ ਸਾਲ ਹੋਏ ਮੇਰਾ ਤੁਮ ਰਾਖੋ ਜਗ ਚੇਰ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਜਾਂਦੇ ਹੋਏ ਵਡਿਆਈ ਦਿੱਤੀ ਕਿ ਤੇਰੇ ਵਰਗਾ ਸਿੱਖ ਦੱਖਣ ਦੇ ਇਲਾਕੇ ਵਿੱਚ ਨਹੀਂ ਹੈਗਾ, ਤੂੰ ਬਹੁਤ ਸਾਡਾ ਅਨੰਨ ਪਿਆਰਾ ਸਿੱਖ ਹੈ। 61ਵੀਂ ਅਰਦਾਸ, ਮਨ ਸਾਲ ਹੋਏ ਮੇਰ ਤੁਮ ਰਾਖੇ ਜਗ ਝੇਰ। ਸਾਲ ਭਾਵ ਸਾਹਲ, ਤੇ ਸਾਹਲ ਸ਼ਬਦ ਕੀ ਆ ਭਲਾ? ਜਿਹਦੇ ਨਾਲ ਮਿਸਤਰੀ ਕੰਧ ਸਿੱਧੀ ਕਰਦੇ ਆ। ਕੋ ਸਤਨਾਮ। ਮੇਰਾ ਮਨ ਮਹਾਰਾਜ ਸਿੱਧਾ ਕਰ ਦਿਓ, ਜਿਵੇਂ ਸਾਹਲ ਦੇ ਨਾਲ ਮਿਸਤਰੀ ਕੰਧ ਸਿੱਧੀ ਕਰਦੇ ਹਨ। ਔਰ ਇਸ ਸੰਸਾਰ ਦੇ ਝਗੜੇ ਝੇੜਿਆਂ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਲਾ ਕੇ ਰੱਖੋ ਜੀ। ਬਾਹਠੇ ਗੁਰ ਪਗ ਬਿਸਰਾਮ ਠਹਿਰੇ ਮਨ ਧਿਆਨ। ਅਰਦਾਸ ਕਰਿਆ ਕਰੋ ਮਹਾਰਾਜ, ਮੇਰਾ ਮਨ ਹਮੇਸ਼ਾ ਤੁਹਾਡੇ ਚਰਨਾਂ ਵਿੱਚ ਜੁੜਿਆ ਰਵੇ। ਤ੍ਰਿਹਠੀ ਤਰਨ ਕੀ ਤਰਨਾਏ ਸਤਿਗੁਰ ਸਹਾਏ। ਔਰ ਜਵਾਨੀ ਦਾ ਸਮਾਂ ਹੈ ਤੇ ਅਰਦਾਸ ਕਰਿਆ ਕਰੋ ਮਹਾਰਾਜ, ਇਹ ਜਵਾਨੀ ਬੜੀ ਤੇਜ਼ ਹੁੰਦੀ ਹੈ, ਕਿਰਪਾ ਕਰਕੇ ਇਹਦੀਆਂ ਭੁੱਲਾਂ ਕਰਨ ਤੋਂ ਇਹਨੂੰ ਬਚਾਉਣਾ ਕਰੋ ਜੀ। 64 ਚਾਕਰ ਧਾਰਨੇ ਮਨ ਮੈਨ ਪੂਰਾ ਦਿਨ ਰਹਿਣਾ। ਨੌਕਰੀ ਸੰਬੰਧੀ ਜਦ ਕੋਈ ਨੌਕਰੀ ਲੈਣ ਵਾਸਤੇ ਚੱਲੇ ਹੋ, ਕਿਤੇ ਇੰਟਰਵਿਊ ਦੇਣ ਵਾਸਤੇ ਚੱਲੇ ਹੋ, ਤੇ ਉਸ ਤੋਂ ਪਹਿਲਾਂ ਅਰਦਾਸ ਕਰਕੇ ਜਾਓ ਕਿ ਮਹਾਰਾਜ ਮੇਰਾ ਮਨ ਮੋਹ ਮੰਗ ਨਰਮ ਹੋ ਜਾਵੇ ਔਰ ਮੈਂ ਨੌਕਰੀ ਦੇ ਵਿੱਚ ਪ੍ਰਵਾਨ ਹੋ ਜਾਵਾਂ। ਅਰਦਾਸ ਕਰੋ ਜੀ। 65 ਅਮਾਨ ਸਚਾਏ ਸਤਿਗੁਰ ਸਹਾਏ। ਤੋ ਇੱਥੇ ਉਹ ਗੱਲ ਯਾਦ ਆ ਗਈ ਫਿਰ ਬਾਬੇ ਨਾਨਕ ਜੀ ਦੀ, ਜਦੋਂ ਉਸ ਬੱਚੇ ਨੂੰ, ਜਿਸ ਨੂੰ ਉਸ ਦਾ ਪਿਤਾ ਵੇਚ ਕੇ ਗੁਰੂ ਸਾਹਿਬ ਦੀ ਸੇਵਾ ਵਾਸਤੇ ਰਾਸ਼ਨ ਪਾਣੀ ਲੈਣ ਚੱਲਿਆ ਸੀ, ਤੇ ਪਾਤਸ਼ਾਹ ਨੇ ਪੁੱਛਿਆ, ਪੁੱਤਰ ਤੈਨੂੰ ਪਤਾ ਕਿੱਥੇ ਲੈ ਕੇ ਚੱਲਿਆ ਤੇਰਾ ਬਾਪੂ? ਕਹਿੰਦੇ ਹਾਂ ਜੀ, ਤੇ ਮੈਨੂੰ ਇਹ ਦੁਕਾਨਦਾਰ ਕੋਲ ਛੱਡ ਆਵੇਗਾ ਤੇ ਤੁਹਾਡੇ ਲਈ ਰਾਸ਼ਨ ਲੈ ਕੇ ਆਵੇਗਾ, ਔਰ ਵੱਡੇ ਭਾਗ ਹੈ ਮੇਰੇ ਕਿ ਮੇਰਾ ਜੀਵਨ ਤੁਹਾਡੇ ਲੇਖੇ ਲੱਗ ਜਾਵੇਗਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਪੁੱਤਰ ਉਹ ਜਿਹੜਾ ਤੈਨੂੰ ਲੈਵੇਗਾ, ਰਾਸ਼ਨ ਵੱਟੇ ਖਰੀਦੇਗਾ, ਤੇ ਉਹ ਫਿਰ ਤੇਰੇ ਕੋਲੋਂ ਕੰਮ ਕਰਾਊਗਾ, ਪੱਖਾ ਚਲਾਊਗਾ, ਸੇਵਾ ਕਰਾਊਗਾ, ਪਾਣੀ ਭਰਵਾਊਗਾ। ਕਹਿੰਦੇ ਫਿਰ ਕੀ ਆ ਮਹਾਰਾਜ, ਕਰਨੀ ਹੀ ਚਾਹੀਦੀ ਹੈ। ਮੈਂ ਇੱਕ ਸਿੱਖ ਦਾ ਪੁੱਤਰ ਹਾਂ ਤੇ ਮੈਂ ਤੁਹਾਡੇ ਵਾਸਤੇ ਆਪਣਾ ਜੀਵਨ ਉੱਥੇ ਸਮਰਪਣ ਕਰਾਂਗਾ। ਪੀਏ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਮੈਂ ਵੱਡੇ ਭਾਗਾਂ ਵਾਲਾ ਹੋਵਾਂਗਾ। ਜੇ ਤੁਹਾਡੇ ਵਾਸਤੇ ਮੈਂ ਮੁੱਲ ਵਿਕ ਜਾਵਾਂ ਤਾਂ ਕੋਈ ਗੱਲ ਨਹੀਂ। ਮਹਾਰਾਜ ਗੁਰੂ ਸਾਹਿਬ ਬੜੇ ਖੁਸ਼ ਹੋਏ ਤੇ ਉਹ ਸਿੱਖ ਅਤੇ ਸਿੱਖ ਦੇ ਪੁੱਤਰ ਤੇ ਬੜੀ ਕਿਰਪਾ ਕਰਕੇ ਉਹਨਾਂ ਨੇ ਘਰ ਵਿੱਚ ਹੀ ਲਹਿਰਾਂ ਬਹਿਰਾਂ ਕਰ ਦਿੱਤੀਆਂ ਜੀ। 66 ਅਮਲ ਸੁਖਦਾਏ ਤਨ ਸੁਖ ਛਾਏ। 65ਵੀਂ ਅਰਦਾਸ ਹੈ, ਅਮਾਨਤ ਰੱਖਣ ਦੀ। ਹੈ ਸਤਿਗੁਰੂ ਆਪਣੀ ਸਹਾਇਤਾ ਰਾਹੀਂ ਜਿਹੜਾ ਹੈ ਇਹ ਅਮਾਨਤ ਰੱਖਣ ਵਿੱਚ ਮੈਨੂੰ ਸਚਿਆਰ ਬਣਾਓ, ਭਾਵ ਮੈਂ ਕਿਸੇ ਦੀ ਅਮਾਨਤ ਵਿੱਚ ਖਿਆਨਤ ਨਾ ਕਰਾਂ। ਮਹਾਰਾਜ ਮੈਨੂੰ ਮੇਰੇ ਮਨ ਨੂੰ ਧੋਖਾ ਕਰਨ ਤੋਂ, ਠੱਗੀ ਕਰਨ ਤੋਂ ਬਚਾਇਓ, ਮੈਂ ਕਿਸੇ ਦੀ ਅਮਾਨਤ ਨੂੰ ਆਪਣੀ ਨਾ ਸਮਝਾਂ। ਇੱਦਾਂ ਅਰਦਾਸ ਕਰਨੀ ਚਾਹੀਏ। ਔਰ 66ਵੀਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਰੀਰ ਦੇ ਸੁੱਖਾਂ ਲਈ ਬੇਨਤੀ ਕਰੋ ਜੀ। 67ਵੀਂ ਬੈਠਰ ਗੁਰੂ ਕਰੇ ਸੇਠਰ। ਹਾਂ 67ਵੀਂ ਅਰਦਾਸ, ਜੇ ਘਰੇ ਗਰੀਬੀ ਹੈ ਤੇ ਅਰਦਾਸ ਕਰੋ, ਮਹਾਰਾਜ ਕਿਰਪਾ ਕਰ ਦਿਓ ਚੜ੍ਹਦੀ ਕਲਾ ਦੀ।
जे घर विच गरीबी है तो गुरु सेठ भी बना सकता है, वड्डा भी बना सकता है। मेरे गल याद आ गई चौथे पातशाह जी की। पातशाह जी का अपना बचन भी घुंगणियां बेचना सी, उन्हां दा जीवन भी छोटे बचपन दे विच। ते हरमंदर साहब दे सामने एक बच्चा आके बैठदा दरी ते बोरी ते, घुंगणियां बेचदा, उहदी बेबे भी घुंगणियां बना के दिंदी आ उन्हां समयां च। ते सतगुरु रामदास पातशाह जी एक दिन घूमते घूमते उस बच्चे कोले गए ते अपना बचपना याद आ गया। को सतनाम वाहिगुरु। और पुछदे आ की ना पुत्र तेरा? कहना जी ना तो मेरा सोमा है। अच्छा किन्ने क पैसे वट्टे आ? जी आ वट्टे आ 15-20 पैसे। उदों पैसे नाल काम चलदा सीगा। कहंदे लिया फड़ा। उन्हें चक्के बोरी थल्लों पैसे फड़ाते, पातशाह ने मुट्ठी च बंद कीते ते वापस चले गए। जद बच्चा घर गया तो बेबे पुछदी आ पुत किन्ने वट्टे? कहना जी मैं वट्टे तो सी, अज गुरु साहब आ गए घूमते घूमते, मैनू कहते किन्ने वट्टे आ? मैं दसता तो मैनू कहते लिया फड़ा। तो मैं फड़ा ते बेबे कहनी पुत जवाब तो नहीं दिता? कहते ना जी मैं एक बार कह जवाब दे ही ना, पता नहीं की कृपा करनी है उन्होंने। को सतनाम जवाब ना दे जी मंगण ता के। कह लगे ठीक है, इनू कहती है बीज बीजना। किसी अमीर के घर में कच्चे घर में चिड़ियाँ रहिंदियां सीगियां, आप तो दान पुन घट ही करता सीगा, ओदियां चिड़ियाँ दाने लिया के लंगर दे विच सिट जांदियां सी ओदे घरों। को सतनाम ओदे सदका ओदे घरे अमीरी। समा आया पैसा वाधू सी, कच्चा घर ढा के पक्का बनाता, मुड़ के चिड़ियाँ वास्ते कोई इंतजाम ना रहा बैठण दा, भज गईयां। दान दे विच हिस्सा पैना बंद हो गया लंगर च, ते ओ थल्ले चलिया गया कंगाली दे विच। को सतनाम सोमा पातशाह रोज़ गेड़ा मारदे आ, सोम्या किन्ने वट्टे फिर? कहंदे जी आ वट्टे आ। कहंदे लिया फड़ा। पातशाह लै जांदे आ। जदों 5-7 10 दिन काम चलिया ना, तो एक दिन सोमा कल्ला ही बैठा बोरी ढा के फिर बैठा बार दे विच। कहंदे अज की वट्टिया जी? कहंदे वटदा काहदा, घरे तां दाणे है नहीं सी। को सतनाम वटदा तां ही जे घरे छोले हुंदे। अच्छा कुछ भी नहीं सी ना महाराज। चंगा फिर सोमा शाह शाहां दा शाह, सोमा शाह शाहां दा शाह, ऐदां कहंदे कहंदे हरमंदर साहब वल आ गए। ਉਹ ਸੋਮਾ ਅੱਗੇ ਜਾ ਕੇ ਐਡਾ ਸੇਠ ਬਣ ਗਿਆ। ਅੱਜ ਦਾ ਤੁਹਾਡਾ ਮਨੀਗ੍ਰਾਮ ਹੈ, ਬਾਹਰੋਂ ਆਏ ਪੈਸੇ ਆਪਾਂ ਲੈਂਦੇ ਆ ਜਾ ਕੇ ਦਫ਼ਤਰਾਂ 'ਚੋਂ। ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਤਾਂ ਅਗਲਾ ਉੱਥੇ ਜਮ੍ਹਾਂ ਕਰਾਇਆ ਆਉਂਦਾ, ਰਸਤੇ ਵਿੱਚ ਲੁਟੇਰੇ ਪੈ ਜਾਂਦੇ ਸੀਗੇ ਵੀ ਕੋਈ ਖੋਹ ਨਾ ਲਵੇ, ਤਾਂ ਉਹਦਾ ਇੱਕ ਉੱਥੇ ਦਿੱਲੀ ਦਫ਼ਤਰ ਹੈ, ਇੱਕ ਇੱਥੇ ਦਫ਼ਤਰ ਹੈ, ਇੱਕ ਅਗਲੇ ਵੱਡੇ ਸ਼ਹਿਰ ਦਫ਼ਤਰ ਹੈ। तो लोग उत्थे जमा कराए आउंदे, उथों लिख दिंदा हुंडी बई इहदे इन्ने पैसे जमा होए है, जिथे जाके हुंडी विखाउंदा उथों उन्ने पैसे हुण दे दित्ते जांदे। को सतनाम जिहनूं आपां चैक कहने आ। तां इस तरह गुरु प्यारो खैर बलों बित्तियां गुरु चरनां नाल जोड़ के रखिए। विचारा इत्थे ही रोकदे आ। सतगुरु पातशाह अगे अरदास करो, ये गरीबी तो अमीरी भी दे सकदा है, पर याद रखियो अमीरी भी जाके भुल ना जाइयो। एक सेठ ने गुरु अमरदास जी को बेनती की, मारे काम नहीं चलता, कहने फिर दिल्ली चलिया जा, उत्थे चल पूगा। दिल्ली भी जाके उन्हें आही काम किया मानता का, बड़ा काम चलिया इसका। तो एक दिन सतगुरां कोले गरीब सिख आ गया या कोई ब्राह्मण आ गया, महाराज बच्ची का विआह करना, कोई कृपा करो। तो गुरु अमरदास जी ने भी परीखिया पाती उस सेठ की, कहने जा उहदे कोलों ना 50 रुपये लिया तो बच्ची का विआह कर दे। को सतनाम वो सेठ अपने उस सेठ के कोल गया, वो सिख कहना जी गुरु अमरदास जी ने भेजी आ, मैनू 50 रुपये चाहिए आ बच्ची का विआह करने वास्ते। वो कहना किहड़ा अमरदास, मैं तो जानता ही नहीं। को सतनाम भाई साहब कमाल हो गई, वो सानू जानते हैं, तुसीं उहदे सिख हो, बहुत तुहाडी बड़ी सिफत करते सीगे भी उन्होंने बड़ा काम चलिया, तो लिया 50 रुपये। कहा ना ना मैं नहीं जानता। बस फिर उल्टी गिनती शुरू हो गई, जिथों तां चढ़िया सी मुड़ के उत्थे ही आ खड़िया। तो मुड़ के फिर भुखा मरदा गुरु अमरदास जी कोल गोविंदवाल आ गया। कई दिन तो मत्थे नहीं लग्या, आसे पासे सेवा करदा रहा, भांडे मांज ले, जोड़े झाड़ ले, झाड़ू मारता। फिर एक दिन गुरु साहब ने आप सद्दिया, कहंदे उहनूं बुला के लियाओ सेठ नूं, किवें आ, की हाल आ? बस ठीक है महाराज। किवें आ, गुड्डी चढ़ी हुई आ? कहंदे गुड्डी थल्ले आ गई हुण। को सतनाम फिर हुण देईए दुबारा गफ्फा उही, कहंदे रहण दिओ महाराज, इन माया जगदीश गुसाई तुमरे चरण विसारे,
मैं मूर्ख हाँ, तुहाडे भेजे सिख नूं मैं जवाब दिता। और देखो महाराज दुआरे थल्ले आ गया, पर चंगा होया हुण चरनी ला लो। फिर तीजे पातशाह ने उसनों प्रचारक बनाया, ब्रह्म ज्ञान दे के कहो सतनाम वो तो प्रचार कराया। खैर विचारा इत्थे रोकदे आ, अगली विचार कल दे दीवाना भी सरवण करांगे। बोलदे अखर बाद घाट हो जांदे सिख संगतां ते सतगुरु बख्शण जोग है, बख्श लेना जी। समाप्ति करिए, बुलाओ फतेह पाओ फतेह। वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अविनाश हे पूरन हे सर्व मैं जन गुणितास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे बेहो बनहार हे संत कै सदा संग तारा आधार हे ठाकुर हौं दासरो निर्गुण गुण नहीं कोई नानक दीजै नाम दान ये बरोए आए प्रभ शरणागति कृपा निध दयाल एक अखर हर मन बसत नानक होत निहाल एक अंकार सतगुरु प्रसाद सच हुए वाहिगुरु जी की फतेह विघ्न है विनाशन सोए वाहिगुरु जी की फतेह विघ्न है विनाशन सोए वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਜੀ ਸਰਵਣ ਕੀਤਾ, ਪਾਤਸ਼ਾਹ ਖੁਸ਼ੇ ਬਖਸ਼ਣ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।